साध संगत जी, भगवान वाल्मीकि जी की जय। जय गुरुदेव, धन गुरुदेव। ਅੱਜ ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਹਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸੋਹਤਾ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਪਿਛਲੇ ਸਤਸੰਗ ਵਿੱਚ ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਉੱਪਰ ਵਿਚਾਰ ਕੀਤੀ, ਜੋ ਕਿ ਉਹਨਾਂ ਦੇ ਮਹਾਨ ਗ੍ਰੰਥ ਸ਼੍ਰੀ ਯੋਗ ਵਿਸ਼ਿਸ਼ਟ ਮਹਾਰਾਮਾਇਣ ਦੇ ਉਪਸ਼ਮ ਪ੍ਰਕਰਨ ਕਹਿ ਲਓ ਜਾਂ ਸਰਗ ਕਹਿ ਲਓ ਜਾਂ ਅਧਿਆਏ ਕਹਿ ਲਓ ਜਾਂ ਚੈਪਟਰ ਕਹਿ ਲਓ, ਇੱਕੋ ਹੀ ਵਸਤੂ ਦੇ ਵੱਖਰੇ ਵੱਖਰੇ ਨਾਮ ਹਨ। ਇਹ ਬਾਣੀ ਉਹਨਾਂ ਦੇ ਉਪਸ਼ਮ ਪ੍ਰਕਰਨ ਵਿੱਚ ਦਰਜ ਹੈ। ਆਪਾਂ ਵਿਚਾਰ ਕੀਤੀ ਕਿ ਜਿਸ ਮਨੁੱਖ ਨੇ ਆਤਮ ਅਭਿਆਸ ਆਤਮ ਵਿਚਾਰ ਵਿੱਚ ਬੁੱਧੀ ਲਾਈ ਹੈ ਉਹ ਤਰ ਜਾਂਦਾ ਹੈ, ਨਹੀਂ ਤਾਂ ਕੋਈ ਨਹੀਂ ਤਰ ਸਕਦਾ। ਆਤਮ ਵਿਚਾਰ ਵਿੱਚ ਬੁੱਧੀ ਲਾਉਣ ਤੋਂ ਕੀ ਭਾਵ? ਜਿਸ ਦਾ ਆਤਮ ਅਭਿਆਸ ਦ੍ਰਿੜ ਹੋਇਆ ਹੈ ਉਹ ਤਰ ਸਕਦਾ ਹੈ। ਆਪਾਂ ਪਹਿਲਾਂ ਵੀ ਇਸ ਸਟੇਜ ਤੋਂ ਬੇਨਤੀ ਕਰ ਚੁੱਕੇ ਹਾਂ ਕਿ ਪੂਰਨ ਮਹਾਤਮਾ ਦਾ ਉਪਦੇਸ਼ ਕਹਿ ਲਓ, ਉਹਨਾਂ ਦੀ ਸਿੱਖਿਆ ਕਹਿ ਲਓ, ਉਹਨਾਂ ਦਾ ਸੁਨੇਹਾ ਕਹਿ ਲਓ, ਕਿਸੇ ਇੱਕ ਕੌਮ ਜਾਂ ਵਰਗ ਵਾਸਤੇ ਨਹੀਂ ਹੁੰਦਾ, ਅਤੇ ਨਾ ਹੀ ਉਹ ਕੋਈ ਨਵਾਂ ਧਰਮ ਨਵਾਂ ਮਜ਼ਹਬ ਬਣਾਉਣ ਵਾਸਤੇ ਇੱਥੇ ਆਉਂਦੇ ਹਨ। ਆਪਾਂ ਆਖ ਸਕਦੇ ਹਾਂ ਉਹਨਾਂ ਦਾ ਉਪਦੇਸ਼ ਸਮੁੱਚੀ ਮਾਨਵਤਾ ਲਈ ਆਖਿਆ ਜਾ ਸਕਦਾ ਹੈ। ਇਸ ਇਨਸਾਨ ਦੀ ਤੰਗ ਦਿਲੀ ਭਾਵ ਸੋਚਣ ਦਾ ਦਾਇਰਾ ਇਤਨਾ ਛੋਟਾ ਹੈ ਕਿ ਇਸ ਨੇ ਉਹਨਾਂ ਪੂਰਨ ਮਹਾਤਮਾ ਦੀਆਂ ਸਿੱਖਿਆਵਾਂ ਨੂੰ ਆਪਣੇ ਆਪਣੇ ਧਰਮ ਸਥਾਨਾਂ ਦੀਆਂ ਦੀਵਾਰਾਂ ਅੰਦਰ ਬੰਦ ਕਰ ਦਿੱਤਾ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਇੱਕ ਵਰਗ ਜਾਂ ਇੱਕ ਮੁਲਕ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਆਪਾਂ ਵਿਚਾਰ ਕੀਤੀ ਕਿ ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਜਿਸ ਮਨੁੱਖ ਨੇ ਆਤਮ ਵਿਚਾਰ ਵਿੱਚ ਬੁੱਧੀ ਲਾਈ ਉਹ ਤਰ ਜਾਂਦਾ ਹੈ, ਨਹੀਂ ਤਾਂ ਕੋਈ ਨਹੀਂ ਤਰ ਸਕਦਾ। ਇੱਥੇ ਜਿਸ ਮਨੁੱਖ ਤੋਂ ਭਾਵ ਹੈ ਕੋਈ ਵੀ ਹੋ ਸਕਦਾ, ਸਿੱਖ ਹੋ ਸਕਦਾ, ਹਿੰਦੂ ਹੋ ਸਕਦਾ, ਮੁਸਲਮਾਨ ਹੋ ਸਕਦਾ, ਈਸਾਈ ਹੋ ਸਕਦਾ, ਇਸਤਰੀ ਹੋ ਸਕਦੀ, ਪੁਰਸ਼ ਹੋ ਸਕਦਾ। ਇੱਥੇ ਕਿਸੇ ਕੌਮ ਜਾਂ ਮਜ਼ਹਬ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਆਪਾਂ ਦਾਅਵੇ ਨਾਲ ਇਹ ਗੱਲ ਆਖ ਸਕਦੇ ਹਾਂ ਕਿ ਭਗਵਾਨ ਵਾਲਮੀਕ ਜੀ ਦੀ ਇਹ ਬਾਣੀ ਸਿਰਫ ਉਹਨਾਂ ਨੂੰ ਮੰਨਣ ਵਾਲਿਆਂ ਵਾਸਤੇ ਹੀ ਨਹੀਂ, ਸਗੋਂ ਕੁੱਲ ਦੁਨੀਆ ਵਾਸਤੇ ਆਖੀ ਜਾ ਸਕਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕਰਨਾ ਕੀ ਹੈ? ਭਗਵਾਨ ਵਾਲਮੀਕ ਜੀ ਨੇ ਫਰਮਾਇਆ ਆਤਮ ਅਭਿਆਸ। ਇਹ ਆਤਮ ਅਭਿਆਸ ਕੀ ਹੋਇਆ? ਮੈਂ ਬੇਨਤੀ ਕਰਾਂ, ਦੁਨੀਆ ਦੇ ਸਾਰੇ ਮਹਾਤਮਾ ਨੇ ਭਗਵਾਨ ਨਾਲ ਜੁੜਨ ਦਾ ਇੱਕ ਹੀ ਵਸੀਲਾ ਦੱਸਿਆ ਹੈ। ਉਹ ਵਸੀਲਾ ਕੀ ਹੈ? ਉਸ ਭਗਵਾਨ ਨੂੰ ਚੇਤੇ ਕਰਨਾ, ਉਸ ਭਗਵਾਨ ਨੂੰ ਯਾਦ ਕਰਨਾ, ਉਸ ਭਗਵਾਨ ਦਾ ਸਿਮਰਨ ਕਰਨਾ। ਮਨ ਦਾ ਇਹ ਸੁਭਾਅ ਹੈ, ਮਨ ਦੀ ਇਹ ਆਦਤ ਹੈ ਕਿ ਜਿਸ ਨੂੰ ਇਹ ਆਪਣਾ ਸਮਝ ਲਵੇ ਉਸ ਨੂੰ ਚੇਤੇ ਕਰਦਾ।
ਜਿਸ ਨੂੰ ਇਹ ਬਗਾਨਾ ਜਾਂ ਪਰਾਇਆ ਮੰਨ ਲਵੇ ਉਹ ਭੁੱਲ ਜਾਂਦਾ। ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਆਪਾਂ ਸਾਰੇ ਹੀ ਆਪਣੀ ਆਪਣੀ ਅਵਸਥਾ ਤੋਂ ਭਲੀ ਭਾਂਤ ਜਾਣੂ ਹਾਂ। ਬੈਠੇ ਮੰਦਰ ਵਿੱਚ ਹਾਂ, ਪਰ ਪਰਿਵਾਰ ਯਾਦ ਆ ਰਿਹਾ ਹੈ। ਬੱਚੇ ਅਜੇ ਉੱਠੇ ਹਨ ਜਾਂ ਨਹੀਂ, ਉਹਨਾਂ ਨੇ ਕੁਝ ਖਾ ਲਿਆ ਹੋਵੇਗਾ ਜਾਂ ਨਹੀਂ, ਕਿਤੇ ਕੰਮ ਤੋਂ ਲੇਟ ਨਾ ਹੋ ਜਾਣ। ਬੈਠੇ ਮੰਦਰ ਵਿੱਚ ਹਾਂ, ਪਰ ਦੁਨੀਆ ਦੀਆਂ ਵਸਤਾਂ ਯਾਦ ਆ ਰਹੀਆਂ ਹਨ। ਦੁਨੀਆ ਦੇ ਪਦਾਰਥ ਯਾਦ ਆ ਰਹੇ ਹਨ। ਕਿਹੜੇ ਪਦਾਰਥ? ਸਿਮਰਨ ਕਰ ਰਹੇ ਹਾਂ ਪਦਾਰਥਾਂ ਦਾ। ਆਪਣੇ ਘਰ ਦਾ ਕਿਤੇ ਅਲਾਰਮ ਲਗਾਉਣਾ ਤਾਂ ਨਹੀਂ ਭੁੱਲ ਆਏ। ਘਰ ਦੀ ਬੈਕ ਡੋਰ ਜਾਂ ਫਰੰਟ ਡੋਰ ਕਿਤੇ ਖੁੱਲੀ ਤਾਂ ਨਹੀਂ ਛੱਡ ਆਏ। ਸਵਾਲ ਪੈਦਾ ਹੁੰਦਾ ਹੈ, ਇਸ ਤਰ੍ਹਾਂ ਕਿਉਂ? ਇਹ ਸਾਰਾ ਕੁਝ ਇਸ ਕਰਕੇ ਹੈ ਕਿ ਸਾਡੇ ਮਨ ਨੇ ਦੁਨੀਆ ਦੇ ਪਦਾਰਥਾਂ ਨੂੰ ਆਪਣਾ ਮੰਨ ਲਿਆ। ਭਾਵ ਇਹ ਪਦਾਰਥ ਸਾਡੇ ਮਨ ਦਾ ਹਿੱਸਾ ਬਣ ਗਏ। ਇੱਥੇ ਹੀ ਬਸ ਨਹੀਂ, ਬੈਠੇ ਮੰਦਰ ਵਿੱਚ ਹਾਂ, ਹਜ਼ਾਰਾਂ ਮੀਲ ਦੂਰ ਭਾਰਤ ਵਿੱਚ ਬੈਠੇ ਆਪਣੇ ਰਿਸ਼ਤੇਦਾਰਾਂ ਬਾਰੇ ਸੋਚ ਰਹੇ ਹਾਂ। ਇਸ ਤਰ੍ਹਾਂ ਕਿਉਂ? ਪਿਆਰੀ ਸਾਧ ਸੰਗਤ ਜੀ, ਇਹ ਇਸ ਕਰਕੇ ਹੈ ਕਿ ਸਾਡੇ ਮਨ ਨੇ ਰਿਸ਼ਤੇਦਾਰਾਂ ਨੂੰ ਆਪਣਾ ਕਰਕੇ ਮੰਨ ਲਿਆ। ਜਿਸ ਤਰ੍ਹਾਂ ਇਸ ਮਨ ਨੇ ਰਿਸ਼ਤੇਦਾਰਾਂ ਨੂੰ ਆਪਣਾ ਕਰਕੇ ਮੰਨ ਲਿਆ, ਜੇਕਰ ਮੰਦਰ ਵਿੱਚ ਬੈਠੇ ਭਗਵਾਨ ਨੂੰ ਵੀ ਆਪਾਂ ਆਪਣੇ ਕਰਕੇ ਮੰਨ ਲਈਏ ਤਾਂ ਭਗਵਾਨ ਸਾਡੇ ਮਨ ਦਾ ਹਿੱਸਾ ਬਣ ਜਾਵੇਗਾ। ਫਿਰ ਦੁਨੀਆ ਦਾ ਸਿਮਰਨ ਖਤਮ ਹੋ ਜਾਵੇਗਾ। ਮਨ ਆਪਣੇ ਆਪ ਹੀ ਭਗਵਾਨ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਵੇਗਾ, ਜਿਸ ਨੂੰ ਭਗਵਾਨ ਵਾਲਮੀਕ ਜੀ ਨੇ ਦ੍ਰਿੜ ਅਭਿਆਸ ਕਰਨਾ ਆਖਿਆ ਹੈ। ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਅਨਮੋਲ ਸ਼ਬਦ ਜਿਸ ਨੂੰ ਆਤਮ ਅਭਿਆਸ ਦ੍ਰਿੜ ਹੋਇਆ ਉਹ ਤਰ ਸਕਦਾ ਹੈ। ਭਾਈ ਸਾਹਿਬ ਜੀ, ਆਪ ਇਸ ਦ੍ਰਿੜ ਅਭਿਆਸ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਅੱਜ ਦੀ ਵਾਰਤਾਲਾਪ ਕਹਿ ਲਓ, ਅੱਜ ਦਾ ਇਸ ਆਪਾਂ ਸਬਜੈਕਟ ਕਹਿ ਲਈਏ, ਉਸ ਦੇ ਸੰਬੰਧੀ ਭੈਣ ਜੀ ਆਪਾਂ ਨੂੰ ਥੋੜਾ ਜਿਹਾ ਇਸ਼ਾਰਾ ਦੇ ਗਏ ਕਿ ਕਿਸੇ ਵੀ ਪੂਰਨ ਮਹਾਤਮਾ ਦੀ ਜਿਹੜੀ ਬਾਣੀ ਆ ਨਾ, ਉਹ ਆਪਾਂ ਨੂੰ ਕੀ ਇਸ਼ਾਰਾ ਕਰਦੀ ਕਿ ਵੀ ਆਪਾਂ ਉਹ ਜੋ ਬਾਣੀ 'ਚ ਲਿਖਿਆ ਨਾ, ਉਸ ਨੂੰ ਆਪਣੇ ਮਨ ਦਾ ਹਿੱਸਾ ਜਿਹੜਾ ਉਹ ਬਣਾ ਸਕੀਏ। ਇਸ ਨੂੰ ਹੀ ਮਹਾਤਮਾ ਨੇ ਸਮੇਂ-ਸਮੇਂ ਤੇ ਆ ਕੇ ਤੇ ਉਸ ਨੂੰ ਕਿਸੇ ਨੇ ਸਿਮਰਨ ਕਹਿ ਦਿੱਤਾ, ਕਿਸੇ ਨੇ ਦ੍ਰਿੜ ਅਭਿਆਸ ਕਹਿ ਦਿੱਤਾ, ਕਿਸੇ ਨੇ ਕਿਸੇ ਹੋਰ ਲਫ਼ਜ਼ ਦੇ ਨਾਲ ਜਿਹੜਾ ਉਸ ਨੂੰ ਵਰਣਨ ਕਰ ਦਿੱਤਾ। ਜਿਸ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਸਿਮਰਨ ਸੇ ਸੁਖ ਹੋਤ ਹੈ, ਸਿਮਰਨ ਸੇ ਦੁਖ ਜਾਏ, ਕਹੇ ਕਬੀਰ ਸਿਮਰਨ ਕੀਏ, ਸਾਈਂ ਮਾਹੇ ਸਮਾਏ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਦੱਸਣ ਦੇ ਅਨੁਸਾਰ ਕਿ ਅਭਿਆਸ ਕਰਨ ਤੋਂ ਕੀ ਭਾਵ ਕਿ ਉਸ ਨੂੰ ਆਪਾਂ ਜਿਹੜਾ ਜੀ ਉਹ ਬਾਰ-ਬਾਰ ਜਿਹੜਾ ਉਹ ਚੇਤੇ ਕਰਨਾ। ਲੇਕਿਨ ਹੋਇਆ ਕਿ ਇਸ ਇਨਸਾਨ ਨੇ ਸਸਤੇ ਤੋਂ ਸਸਤਾ ਕਹਿ ਲਈਏ, ਸੌਖੇ ਤੋਂ ਸੌਖਾ ਤਰੀਕਾ ਕਹਿ ਲਈਏ, ਉਸ ਨੂੰ ਅਪਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਕਿ ਬਾਣੀ ਦੇ ਅੰਦਰ ਜਿਹੜੀ ਸੱਚਾਈ ਆ ਨਾ, ਉਹਨੂੰ ਆਪਾਂ ਅੱਖਾਂ ਤੋਂ ਓਹਲੇ ਨਹੀਂ ਕਰ ਸਕਦੇ, ਜਾਂ ਜਿਸ ਤਰ੍ਹਾਂ ਆਪਾਂ ਆਖ ਲਈਏ ਕਿ ਨਜ਼ਰ ਅੰਦਾਜ਼ ਕਰਨ ਵਾਲੀ ਗੱਲ। ਕਿਉਂਕਿ ਬਾਣੀ ਜਿਹੜੀ ਉਹ ਆਪਾਂ ਨੂੰ ਚੈਲੰਜ ਕਰੇਗੀ ਕਿ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਨਾ, ਜੇ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਉਸ ਵਿੱਚ ਤਬਦੀਲੀ ਕਰ ਰਹੇ ਤੇ ਫਿਰ ਉਹ ਇਸ ਸਟੇਜ ਦੇ ਉੱਪਰ ਬੈਠ ਕੇ
ਬਾਣੀ ਦੇ ਨਾਲ ਜਿਹੜਾ ਉਹ ਆਪਾਂ ਇਨਸਾਫ ਨਹੀਂ ਕਰ ਸਕਦੇ। ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਧਰਮ ਦੀਆਂ ਦੀਵਾਰਾਂ ਦੀ ਗੱਲ, ਬਾਣੀ ਨੂੰ ਆਪਣੇ ਆਪਣੇ ਦਾਇਰਿਆਂ ਦੇ ਵਿੱਚ ਬੰਦ ਕਰਨ ਦੀ ਗੱਲ, ਹਰੇਕ ਧਰਮ ਨੇ, ਹਰੇਕ ਮਜ਼ਹਬ ਨੇ, ਚਾਹੇ ਉਹ ਕਿਸੇ ਵੀ ਸ਼੍ਰੇਣੀ ਦੇ ਅੰਦਰ ਆਇਆ ਤੇ ਉਸਨੇ ਉਸ ਨੂੰ ਆਪਣੀ ਉਸ ਚਾਰ ਦੀਵਾਰੀ ਜਿਹੜੀ ਹੈ ਨਾ ਉਸ ਦੇ ਅੰਦਰ ਜਿਹੜਾ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਆਪਾਂ ਵਿਚਾਰ ਕਰਾਂਗੇ ਭਗਵਾਨ ਵਾਲਮੀਕ ਜੀ ਦੀ ਬਾਣੀ, ਜਿਹੜੀ ਕਿ ਉਹਨਾਂ ਨੇ ਆਪਣੇ ਮਹਾਨ ਗ੍ਰੰਥ ਸ਼੍ਰੀ ਯੋਗ ਵਿਸ਼ਿਸ਼ਟ ਮਹਾਰਾਮਾਇਣ ਦੇ ਅੰਦਰ ਜਿਹੜੀ ਉਹ ਅੰਕਿਤ ਕੀਤੀ। ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ? ਕਹਿੰਦੇ ਜਿਸ ਮਨੁੱਖ ਨੇ ਆਤਮ ਵਿਚਾਰ ਵਿੱਚ ਬੁੱਧੀ ਲਾਈ ਉਹ ਤਰ ਜਾਂਦਾ, ਨਹੀਂ ਤਾਂ ਕੋਈ ਨਹੀਂ ਤਰ ਸਕਦਾ। ਇੱਥੇ ਭਗਵਾਨ ਵਾਲਮੀਕ ਜੀ ਨੇ ਦੋ ਸ਼ਬਦ ਜਿਹੜੇ ਉਹਨਾਂ ਨੂੰ ਵਰਤੋਂ ਵਿੱਚ ਲੈ ਕੇ ਆਂਦਾ। ਹੁੰਦਾ ਕਿ ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ ਕਿ ਅਸੀਂ ਭਗਵਾਨ ਵਾਲਮੀਕ ਜੀ ਨੂੰ ਮੰਨਣ ਵਾਲੇ ਕਹਿ ਲਈਏ, ਸਤਿਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਕਹਿ ਲਈਏ, ਜਾਂ ਜਿਸ ਦੇ ਨਾਲ ਵੀ ਕਿਸੇ ਦਾ ਸੰਬੰਧ ਹੈਗਾ ਉਹ ਉਸ ਨੂੰ ਮੰਨਣ ਵਾਲਾ ਜਿਹੜਾ ਉਸ ਨੂੰ ਆਪਣੀ ਚਾਰ ਦੀਵਾਰੀ ਦੇ ਵਿੱਚ ਜਿਹੜਾ ਉਹ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ। ਲੇਕਿਨ ਭਗਵਾਨ ਵਾਲਮੀਕ ਜੀ ਨੇ ਜਿਸ ਲਫ਼ਜ਼ ਵਰਤਿਆ, ਬਾਣੀ ਦੀ ਆਪਾਂ ਖਾਸੀਅਤ ਕਹਿ ਲਈਏ, ਵਡਿਆਈ ਕਹਿ ਲਈਏ, ਵਿਸ਼ੇਸ਼ਤਾ ਕਹਿ ਲਈਏ, ਉਹ ਇਸ ਚੀਜ਼ ਵਿੱਚ ਆ ਕਿ ਜਿੰਨਾ ਚਿਰ ਇਹ ਬਾਣੀ ਸਮਝ ਨਹੀਂ ਆਉਂਦੀ ਆਪਾਂ ਇਸ ਬਾਣੀ ਤੋਂ ਫਾਇਦਾ ਨਹੀਂ ਉਠਾ ਸਕਦੇ। ਭਗਵਾਨ ਵਾਲਮੀਕ ਜੀ ਨੇ ਜਿਸ ਲਫ਼ਜ਼ ਨੂੰ ਵਰਤੋਂ ਵਿੱਚ ਲੈ ਕੇ ਆਂਦਾ, ਜੇਕਰ ਇਹ ਬਾਣੀ ਉਹਨਾਂ ਦੀ ਸਿਰਫ ਵਾਲਮੀਕੀ ਪਰਿਵਾਰਾਂ ਵਿੱਚ ਪੈਦਾ ਹੋਣ ਵਾਲਿਆਂ ਵਾਸਤੇ ਹੁੰਦੀ, ਜਾਂ ਭਗਵਾਨ ਵਾਲਮੀਕ ਜੀ ਨੇ ਸਿਰਫ ਇਹ ਪ੍ਰਚਾਰ ਭਗਵਾਨ ਵਾਲਮੀਕ ਜੀ ਨੂੰ ਮੰਨਣ ਵਾਲਿਆਂ ਵਾਸਤੇ ਹੁੰਦਾ, ਤੇ ਫਿਰ ਉਹਨਾਂ ਨੇ ਆ ਸ਼ਬਦ ਜਿਹੜਾ ਜਿਸ ਲਫ਼ਜ਼ ਵਰਤਿਆ ਨਾ, ਇਸ ਦੀ ਵਰਤੋਂ ਉਹਨਾਂ ਨੇ ਨਹੀਂ ਸੀ ਕਰਨੀ। ਜਿਸ ਤੋਂ ਭਾਵ ਇਸਤਰੀ ਹੋ ਸਕਦੀ, ਪੁਰਸ਼ ਹੋ ਸਕਦਾ, ਸਿੱਖ ਹੋ ਸਕਦਾ, ਗੋਰਾ ਹੋ ਸਕਦਾ, ਕਾਲਾ ਹੋ ਸਕਦਾ, ਮੁਸਲਮਾਨ ਹੋ ਸਕਦਾ, ਜਾਂ ਕਿਸੇ ਵੀ ਧਰਮ ਔਰ ਮਜ਼ਹਬ ਦੇ ਨਾਲ ਸੰਬੰਧ ਰੱਖਣ ਵਾਲਾ ਜਿਹੜਾ ਉਹ ਹੋ ਸਕਦਾ। ਲੇਕਿਨ ਸਵਾਲ ਕਿਸ ਚੀਜ਼ ਦਾ? ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਆਤਮ ਵਿਚਾਰ ਵਿੱਚ ਬੁੱਧੀ ਲਾਉਣ ਦੀ ਗੱਲ। ਹੁਣ ਇਸ ਚੀਜ਼ ਨੂੰ ਜਿਹੜਾ ਉਹ ਆਪਾਂ ਭੁੱਲ ਗਏ, ਲੇਕਿਨ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਆਤਮ ਵਿਚਾਰ ਵਿੱਚ ਬੁੱਧੀ ਲਾਉਣ ਦੀ ਗੱਲ, ਭਾਵ ਉਸ ਆਤਮਾ ਨੂੰ ਜਾਣਨ ਦੀ ਗੱਲ। ਜਿਸ ਤਰ੍ਹਾਂ ਉਹਨਾਂ ਨੇ ਆਪਣੇ ਮੂਲ ਮੰਤਰ ਦੇ ਵਿੱਚ ਜ਼ਿਕਰ ਕੀਤਾ ਕਿ ਮੈਂ ਉਸ ਆਤਮਾ ਨੂੰ ਨਮਸਕਾਰ ਕਰਦਾ ਹਾਂ। ਸਵਾਲ ਪੈਦਾ ਹੁੰਦਾ, ਭਗਵਾਨ ਵਾਲਮੀਕ ਜੀ ਨੇ ਆਤਮਾ ਦੀ ਗੱਲ ਕੀਤੀ, ਆਤਮ ਵਿਚਾਰ ਦੀ ਗੱਲ ਕੀਤੀ, ਆਤਮਾ ਨੇ ਮੌਤ ਤੋਂ ਬਾਅਦ ਕਿਸ ਘਰ ਜਾਣਾ ਉਸ ਚੀਜ਼ ਦੇ ਸੰਬੰਧ ਦੇ ਵਿੱਚ ਆਪਣੀ ਬਾਣੀ ਦੇ ਅੰਦਰ ਜਿਹੜਾ ਜੀ ਉਹ ਜ਼ਿਕਰ ਕੀਤਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਵੀ ਬਹੁਤ ਸਮਾਂ ਬਾਅਦ ਵਿੱਚ ਆ ਕੇ ਉਸ ਆਤਮਾ ਦੇ ਪ੍ਰਤੀ ਆਪਾਂ ਨੂੰ ਇਸ਼ਾਰਾ ਕੀਤਾ। ਕਬੀਰ ਆਤਮ ਅੰਸ਼ ਰਾਮ ਕੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਕੀ ਫਰਮਾ ਰਹੇ ਕਿ ਉਹ ਆਤਮਾ ਜਿਹੜੀ ਆ ਇਹ ਉਸ ਅਕਾਲ ਪੁਰਖ ਕਹਿ ਲਓ, ਉਸ ਮਾਲਕ ਕਹਿ ਲਓ, ਭਗਵਾਨ ਕਹਿ ਲਓ, ਜਾਂ ਕਿਸੇ ਵਾਹਿਗੁਰੂ ਕਹਿ ਲਓ, ਜਾਂ ਕਿਸੇ ਹੋਰ ਲਫ਼ਜ਼ ਨਾਲ ਆਪਾਂ ਉਸ ਨੂੰ ਯਾਦ ਕਰ ਸਕਦੇ, ਅੱਲਾ ਕਹਿ ਲਓ, ਗੋਡ ਕਹਿ ਲਓ। ਜਿਸ ਤਰ੍ਹਾਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਮਾਲਕ ਨੂੰ ਕੋਈ 1300 ਨਾਮਾਂ ਦੇ ਨਾਲ ਯਾਦ ਕੀਤਾ ਜੀ, ਜਿਹੜੇ ਨਾਂ ਦੇ ਨਾਲ ਮਰਜ਼ੀ ਆਪਾਂ ਉਸ ਨੂੰ ਯਾਦ ਕਰ ਲਈਏ। ਲੇਕਿਨ ਸਵਾਲ ਇਸ ਚੀਜ਼ ਦਾ ਕਿ ਬਾਣੀ ਆਪਾਂ ਨੂੰ ਸਿੱਖਿਆ ਕੀ ਦਿੰਦੀ? ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਆਤਮ ਵਿਚਾਰ ਦੀ ਗੱਲ। ਸਤਿਗੁਰੂ ਕਬੀਰ ਸਾਹਿਬ ਜੀ ਨੇ ਕੀ ਆਖਿਆ? ਇਸ ਕਰਕੇ ਵਿਚਾਰ ਕਰਨੀ ਕਿ ਉਹ ਆਤਮਾ ਜਿਹੜੀ ਉਸ ਰਮੀ ਹੋਈ ਤਾਕਤ, ਇੱਥੇ ਰਾਮ ਤੋਂ ਭਾਵ ਆਤਮ ਅੰਸ਼ ਰਾਮਤੀ ਤੋਂ ਭਾਵ ਉਸ ਰਮੀ ਹੋਈ ਤਾਕਤ ਜਿਸ ਨੂੰ ਆਪਾਂ ਪਰਮਾਤਮਾ ਕਹਿ ਦਿੰਦੇ, ਕਹਿੰਦੇ ਕਿਉਂਕਿ ਉਹ ਉਸ ਦੀ ਅੰਸ਼ ਆ। ਇਸ ਕਰਕੇ ਆਪਾਂ ਵਿਚਾਰ ਕਰ ਰਹੇ ਹਾਂ ਕਿ ਬਾਣੀ ਜਿਹੜੀ ਉਹ ਆਪਾਂ ਨੂੰ ਕੀ ਜਿਹੜੀ ਉਹ ਇਸ਼ਾਰਾ ਕਰਦੀ। ਭਗਵਾਨ ਵਾਲਮੀਕ ਜੀ ਨੇ ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਕਿ ਦੋ ਸ਼ਬਦ ਜਿਹੜੇ ਇਹਨਾਂ ਨੂੰ ਵਰਤੋਂ ਵਿੱਚ ਲੈ ਕੇ ਆਂਦਾ, ਇਸ ਕਰਕੇ ਇਹ ਬਾਣੀ ਕੁੱਲ ਆਲਮ ਵਾਸਤੇ ਜਿਹੜੀ ਉਹ ਆਖੀ ਜਾ ਸਕਦੀ। ਆਪਾਂ ਇੱਕ ਪ੍ਰਮਾਣ ਜਿਹੜਾ ਉਹ ਗੁਰਬਾਣੀ ਦੇ ਵਿੱਚੋਂ ਹੋਰ ਲਵਾਂਗੇ।
ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਜਿਸ ਲਫ਼ਜ਼ ਨੂੰ ਵਰਤੋਂ ਵਿੱਚ ਲੈ ਕੇ ਆਂਦਾ, ਸਤਿਗੁਰੂ ਰਵਿਦਾਸ ਜੀ ਨੇ ਵੀ ਆਪਣੀ ਬਾਣੀ ਨੂੰ ਇਸ ਤਰੀਕੇ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ, ਜਿਸ ਤਰ੍ਹਾਂ ਆਪਾਂ ਵਿਚਾਰ ਕਰ ਚੁੱਕੇ। ਭੈਣ ਜੀ ਪਹਿਲਾਂ ਇਸ਼ਾਰਾ ਥੋੜਾ ਜਿਹਾ ਦੇ ਗਏ, ਧਰਮ ਦੀਆਂ ਦੀਵਾਰਾਂ ਦੀ ਗੱਲ, ਕਿਲਿਆਂ ਦੀਆਂ ਦੀਵਾਰਾਂ ਦੀ ਗੱਲ। ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ? ਕਹਿੰਦੇ ਸਾਧੂ ਕੀ ਜੋ ਲੇਹ ਓਟ। ਹੁਣ ਆ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਜੀ, ਤੇ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਜੋ ਜਿਸ ਨੇ ਵੀ, ਇਸ ਤੋਂ ਇਹ ਇਸ਼ਾਰਾ ਮਿਲਦਾ ਕਿ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਜਿਹੜੀ ਉਹ ਸਿਰਫ ਰਵਿਦਾਸ ਧਰਮ ਨੂੰ ਮੰਨਣ ਵਾਲਿਆਂ ਵਾਸਤੇ ਨਹੀਂ, ਕਿਉਂਕਿ ਵਿਸ਼ੇਸ਼ਤਾ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ, ਬਾਣੀ ਦੀ ਇਹ ਵਿਸ਼ੇਸ਼ਤਾ ਹੋਵੇਗੀ। ਕੀ ਫਰਮਾਇਆ ਸਤਿਗੁਰੂ ਰਵਿਦਾਸ ਜੀ ਨੇ? ਕਹਿੰਦੇ ਸਾਧੂ ਕੀ ਜੋ ਲੇਹ ਓਟ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਕਹਿੰਦੇ ਕਰੋੜਾਂ ਹੀ ਪਾਪ ਇਸ ਇਨਸਾਨ ਦੇ ਕਹਿੰਦੇ ਖਤਮ ਹੋ ਗਏ। ਕਿਸ ਤਰ੍ਹਾਂ ਖਤਮ ਹੋ ਗਏ? ਕਹਿੰਦੇ ਜਦੋਂ ਇਸ ਇਨਸਾਨ ਨੇ ਸਾਧੂ ਜਿਹੜਾ ਉਸ ਦੀ ਓਟ ਲਈ। ਹੁਣ ਸਾਧੂ ਲਫ਼ਜ਼ ਇੱਕ ਇਹੋ ਜਿਹਾ ਕਿ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਬਹੁਤ ਸਾਰੇ ਸ਼ਬਦ ਜਿਹੜੇ ਉਹਨਾਂ ਦੇ ਵਿੱਚ ਉਹਨਾਂ ਨੇ ਇਸ ਨੂੰ ਵਰਤੋਂ ਵਿੱਚ ਲੈ ਕੇ ਆਂਦਾ। ਭਾਵ ਸਾਡੇ ਵਰਗਾ ਹੋਵੇਗਾ, ਇਨਸਾਨ ਦੇ ਜਾਮੇ ਵਿੱਚ ਹੋਵੇਗਾ, ਸਾਡੇ ਲੈਵਲ ਤੇ ਆ ਕੇ ਗੱਲ ਕਰੇਗਾ, ਲੇਕਿਨ ਉਸ ਦੀ ਜਿਹੜੀ ਜ਼ਿੰਦਗੀ ਆ ਨਾ ਉਹ ਸਾਦੀ ਹੋਈ ਹੋਵੇਗੀ। ਭਾਵ ਇੱਕ ਸੰਚਾ ਜਿਸ ਤਰ੍ਹਾਂ ਆਪਾਂ ਕਹਿ ਦਈਏ ਨਾ, ਟਕਸਾਲ ਆਪਾਂ ਕਹਿ ਦਈਏ, ਉਸ ਦੇ ਵਿੱਚ ਉਸ ਦੀ ਜ਼ਿੰਦਗੀ ਜਿਹੜੀ ਉਹ ਕੜੀ ਹੋਈ ਹੋਵੇਗੀ। ਇਸ ਕਰਕੇ ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ? ਕਹਿੰਦੇ ਸਾਧੂ ਕੀ ਜੋ ਲੇਹ ਓਟ। ਕਹਿੰਦੇ ਜਿਸ ਨੇ ਵੀ ਸਾਧੂ ਦੀ ਓਟ ਲਈ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਅਗਲੀ ਅੱਧੀ ਕੜੀ ਵਿੱਚ ਕੀ ਫਰਮਾਇਆ ਸਤਿਗੁਰੂ ਰਵਿਦਾਸ ਜੀ ਨੇ? ਕਹਿੰਦੇ ਕਹੇ ਰਵਿਦਾਸ ਜੋ ਜਪੇ ਨਾ। ਇੱਥੇ ਫਿਰ ਉਹਨਾਂ ਨੇ ਜੋ ਲਫ਼ਜ਼ ਵਰਤਿਆ, ਭਗਵਾਨ ਵਾਲਮੀਕ ਜੀ ਨੇ ਜਿਸ ਦੀ ਗੱਲ ਕੀਤੀ, ਇਹਨਾਂ ਨੇ ਜੋ ਲਫ਼ਜ਼ ਵਰਤਿਆ, ਉੱਥੇ ਉਹਨਾਂ ਨੇ ਆਤਮ ਵਿਚਾਰ ਦੀ ਗੱਲ ਕੀਤੀ, ਇੱਥੇ ਇਹਨਾਂ ਨੇ ਗੱਲ ਕੀਤੀ ਕਹਿੰਦੇ ਜੀ ਜੋ ਜਪੇ ਨਾਮ, ਤਿਸ ਜਾਤ ਨਾ ਜਨਮ ਨਾ ਜੋਨੀ ਕਾ। ਹੁਣ ਸਤਿਗੁਰੂ ਰਵਿਦਾਸ ਜੀ ਕਹਿੰਦੇ ਕਿ ਵੀ ਜਦੋਂ ਤੁਸੀਂ ਉਸ ਮਾਲਕ ਦੀ ਬੰਦਗੀ ਕਹਿ ਲਓ, ਉਸ ਮਾਲਕ ਦੀ ਭਗਤੀ ਕਹਿ ਲਓ, ਸਾਧੂ ਦੇ ਕਹਿਣ ਦੇ ਅਨੁਸਾਰ ਕਰੋਗੇ, ਫਿਰ ਕਹਿੰਦੇ ਜਿਹੜੀ ਬਈ ਇਸ ਇਨਸਾਨ ਦੀ ਕੋਈ ਜਾਤ ਨਹੀਂ ਹੋਵੇਗੀ। ਇਸ ਕਰਕੇ ਪੂਰਨ ਮਹਾਤਮਾ ਦੀ ਬਾਣੀ ਜਿਹੜੀ ਉਹ ਆਪਾਂ ਨੂੰ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਇਸ਼ਾਰਾ ਦੇਵੇਗੀ। ਹੁਣ ਆਪਾਂ ਥੋੜੀ ਜਿਹੀ ਹੋਰ ਵਿਚਾਰ ਕਰਾਂਗੇ ਕਿ ਇਹ ਆਤਮ ਅਭਿਆਸ ਜਿਸ ਦੇ ਪ੍ਰਤੀ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ, ਇਹ ਕੀ ਹੋਇਆ। ਬਹੁਤ ਲੰਬੇ ਸਮੇਂ ਤੋਂ ਜੇਕਰ ਆਪਾਂ ਵਿਚਾਰ ਕਰਕੇ ਦੇਖੀਏ ਤੇ ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਜਿਹੜਾ ਉਹ ਇਸ ਚੀਜ਼ ਦੇ ਪ੍ਰਤੀ ਆਪਾਂ ਨੂੰ ਇਸ਼ਾਰਾ ਕੀਤਾ ਕਿ ਬਈ ਜਿਹੜੀ ਚੀਜ਼ ਨੂੰ ਇਸ ਇਨਸਾਨ ਦੇ ਮਨ ਨੇ ਆਪਣਾ ਕਰਕੇ ਮੰਨ ਲਿਆ, ਤੇ ਫਿਰ ਉਹ ਇਹ ਇਨਸਾਨ ਜਿਹੜਾ ਜਦੋਂ ਇਹ ਉਸ ਨੂੰ ਆਪਣਾ ਕਰਕੇ ਮੰਨੇਗਾ ਨਾ, ਤੇ ਫਿਰ ਕੁਦਰਤੀ ਤੌਰ ਤੇ ਇਸ ਇਨਸਾਨ ਦੇ ਮਨ ਦੇ ਅੰਦਰ ਉਸ ਚੀਜ਼ ਦਾ ਜਿਹੜਾ ਉਹ ਸਿਮਰਨ ਚੱਲ ਜਾਵੇਗਾ। ਮਹਾਤਮਾ ਆਪਾਂ ਨੂੰ ਕੀ ਦੱਸਦੇ? ਦੁਨੀਆ ਦੀਆਂ ਚੀਜ਼ਾਂ ਜਿਹੜੀਆਂ ਉਹ ਨਾਸ਼ਵਾਨ, ਤੇ ਇਸ ਕਰਕੇ ਨਾਸ਼ਵਾਨ ਦਾ ਸਿਮਰਨ ਕਰਕੇ, ਨਾਸ਼ਵਾਨ ਦਾ ਅਭਿਆਸ ਕਰਕੇ ਇਹ ਇਨਸਾਨ ਉਸ ਮਾਲਕ ਦੇ ਘਰ ਤੱਕ ਜਿਹੜਾ ਉਹ ਨਹੀਂ ਪਹੁੰਚ ਸਕਦਾ। ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ, ਭੈਣ ਜੀ ਨੇ ਆਪਾਂ ਨੂੰ ਦੱਸਿਆ ਕਿ ਮਨ ਦੀ ਇਹ ਆਦਤ ਆ, ਜਿਸ ਚੀਜ਼ ਨੂੰ ਇਹ ਆਪਣਾ ਮੰਨ ਲਵੇਗਾ ਉਹ ਚੀਜ਼ ਇਸ ਇਨਸਾਨ ਦੇ ਮਨ ਦਾ ਹਿੱਸਾ ਜਿਹੜੀ ਉਹ ਬਣ ਜਾਵੇਗੀ। ਘਰ ਦੇ ਵਿੱਚ ਕਿੰਨੀਆਂ ਚੀਜ਼ਾਂ ਪਈਆਂ, ਲੇਕਿਨ ਕੱਲੀ ਕੱਲੀ ਚੀਜ਼ ਜਿਹੜੀ ਆ ਉਹ ਕਦੇ ਆਪਾਂ ਡਾਇਰੀ 'ਚ ਨਹੀਂ ਲਿਖੀ ਕਿ ਵੀ ਆਹ ਚੀਜ਼ ਇਸ ਤਰ੍ਹਾਂ ਪਈ ਆ, ਕਿਚਨ 'ਚ ਆਹ ਚੀਜ਼ ਆ ਪਈ ਆ, ਜਾਂ ਕਿਹੜੀ ਚੀਜ਼ ਕਿੱਥੇ ਪਈ ਆ। ਨਹੀਂ, ਕਿਉਂਕਿ ਉਹ ਸਾਡੇ ਮਨ ਦੇ ਵਿੱਚ ਚੀਜ਼ ਪਈ ਆ, ਆਪਾਂ ਨੂੰ ਪਤਾ ਕਿ ਆਹ ਚੀਜ਼ ਜਿਹੜੀ ਉਹ ਇਸ ਜਗ੍ਹਾ ਤੇ ਪਈ, ਆਪਾਂ ਸਟੇਟ ਜਾ ਕੇ ਆਪਾਂ ਉਹ ਚੀਜ਼ ਉਤੋਂ ਚੁੱਕ ਲੈਨੇ। ਇਸ ਕਰਕੇ ਚੁੱਕ ਲੈਨੇ ਕਿਉਂਕਿ ਉਹ ਚੀਜ਼ ਇਸ ਇਨਸਾਨ ਦੇ ਜਿਹੜੀ ਉਹ ਮਨ ਦਾ ਹਿੱਸਾ ਜਿਹੜੀ ਉਹ ਬਣ ਚੁੱਕੀ।
ਲੇਕਿਨ ਜਿਹੜੀ ਚੀਜ਼ ਇਸ ਇਨਸਾਨ ਦੇ ਮਨ ਦਾ ਹਿੱਸਾ ਨਹੀਂ ਬਣੇਗੀ, ਉਸ ਚੀਜ਼ ਨੂੰ ਇਸ ਇਨਸਾਨ ਨੇ ਜਿਹੜਾ ਸੈਕੰਡਰੀ ਕਹਿ ਲਓ, ਦੂਸਰੇ ਦਰਜੇ ਦੀ ਕਹਿ ਲਓ, ਦੂਸਰੀ ਅਵਸਥਾ ਦੀ ਕਹਿ ਲਓ, ਉਸ ਨੂੰ ਇਸ ਨੇ ਮੰਨ ਲਿਆ। ਆਪਾਂ ਇੱਕ ਹੋਰ ਬਾਹਰਲੀ ਉਦਾਹਰਨ ਲੈ ਕੇ ਦੇਖ ਸਕਦੇ ਹਾਂ। ਜਿਸ ਤਰ੍ਹਾਂ ਪਰਿਵਾਰ ਦੇ ਮੈਂਬਰ ਹੋਣ ਨਾ, ਤੇ ਇਸ ਇਨਸਾਨ ਨੇ ਮਾਤਾ ਨੂੰ ਕਰਕੇ ਮਾਤਾ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਭਰਾ ਨੂੰ ਭਰਾ ਕਰਕੇ ਮੰਨ ਲਿਆ, ਜਾਂ ਭੈਣ ਜਿਹੜੀ ਉਸ ਨੂੰ ਭੈਣ ਕਰਕੇ ਮੰਨ ਲਿਆ, ਕਿਉਂਕਿ ਮਨ ਨੇ ਉਸ ਚੀਜ਼ ਨੂੰ ਅਸੈਪਟ ਕਰ ਲਿਆ ਕਿ ਵੀ ਇਹ ਮੇਰਾ ਭਰਾ, ਭੈਣ, ਮਾਂ ਜਾਂ ਘਰ ਵਾਲੀ। ਲੇਕਿਨ ਉਹ ਮਾਲਕ ਜਿਹੜਾ ਇਸ ਇਨਸਾਨ ਦੇ ਮਨ ਦਾ ਹਿੱਸਾ ਨਹੀਂ ਬਣ ਸਕਿਆ। ਕਿਉਂ ਨਹੀਂ ਬਣ ਸਕਿਆ? ਇਸ ਕਰਕੇ ਨਹੀਂ ਬਣ ਸਕਿਆ ਕਿ ਇਸ ਇਨਸਾਨ ਨੇ ਉਸ ਦੇ ਪ੍ਰਤੀ ਜਿਹੜਾ ਉਹ ਨਹੀਂ ਸੋਚਿਆ। ਕਿਤੇ ਕਿਤੇ ਇਹੋ ਜੀ ਸਾਖੀ ਕਹਿ ਲਓ, ਸਟੋਰੀ ਕਹਿ ਲਓ, ਉਹ ਆਪਾਂ ਨੂੰ ਮਿਲ ਜਾਂਦੀ, ਜਿਸ ਦੇ ਵਿੱਚੋਂ ਇਸ ਇਨਸਾਨ ਨੂੰ ਸਿੱਖਿਆ ਮਿਲ ਜਾਂਦੀ ਕਿ ਵੀ ਜਿਹੜੀ ਚੀਜ਼ ਮਨ ਦਾ ਹਿੱਸਾ ਨਹੀਂ ਬਣੀ ਨਾ, ਫਿਰ ਆਪਾਂ ਉਸ ਤੋਂ ਉਹ ਫਾਇਦਾ ਨਹੀਂ ਉਠਾ ਸਕਦੇ। ਦੋ ਚੀਜ਼ਾਂ, ਮਹਾਤਮਾ ਕਹਿੰਦੇ ਉਸ ਮਾਲਕ ਨੂੰ ਆਪਣੇ ਮਨ ਦਾ ਹਿੱਸਾ ਬਣਾ ਲਓ, ਦੁਨੀਆ ਕਹਿੰਦੀ ਦੁਨੀਆ ਦੀਆਂ ਚੀਜ਼ਾਂ ਜਿਹੜੀਆਂ ਉਸ ਨੂੰ ਆਪਣੇ ਮਨ ਦਾ ਹਿੱਸਾ ਬਣਾ ਲਓ। ਦੋ ਚੀਜ਼ਾਂ। ਆ ਤਹਿਰਾਨ ਦੀ ਗੱਲ ਆ, ਉਸ ਦੇ ਮੈਂ ਇੱਕ ਬੁੱਕ ਦੇ ਵਿੱਚ ਪੜ੍ਹਿਆ ਜੀ, ਉਹਨਾਂ ਨੇ ਜ਼ਿਕਰ ਕੀਤਾ ਕਿ ਕੋਈ ਵਿਸ਼ਵ ਵਿਦਿਆਲਾ ਕਹਿ ਲਓ, ਜਿਸ ਤਰ੍ਹਾਂ ਆਪਾਂ ਸਕੂਲ ਕਹਿ ਲਈਏ, ਕਾਲਜ ਕਹਿ ਲਈਏ, ਯੂਨੀਵਰਸਿਟੀ ਕਹਿ ਲਈਏ, ਤੇ ਉਸ ਦੇ ਵਿੱਚ ਜਿਹੜਾ ਲੈਕਚਰਰ ਆ ਨਾ, ਉਹ ਜਿਸ ਸਮੇਂ ਪੜ੍ਹਾਉਣ ਵਾਸਤੇ ਆਉਂਦਾ ਸੀ, ਤੇ ਉਹ ਹਮੇਸ਼ਾ ਆ ਕੇ, ਕਿਉਂਕਿ ਮੁਸਲਮਾਨ ਕੰਟਰੀ, ਤੇ ਉਹ ਇਸ ਕਰਕੇ ਉਹ ਕਿਆ ਕਰਦਾ ਸੀ ਜੀ, ਖੁਦਾ ਜਿਹੜਾ ਉਹ ਵਿਆਪਕ ਆ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਵੇਖ ਰਿਹਾ। ਜਦੋਂ ਵੀ ਉਹਨੇ ਆਉਣਾ, ਉਸ ਲੈਕਚਰਰ ਨੇ ਸਭ ਤੋਂ ਪਹਿਲਾਂ ਇਹ ਗੱਲ ਕਰਨੀ ਕਿ ਉਹ ਖੁਦਾ ਸਰਬ ਵਿਆਪਕ ਆ, ਤੇ ਉਹ ਸਾਡੇ ਕੀਤੇ ਹੋਏ ਸਾਰੇ ਜਿਹੜੇ ਕੰਮ ਆ ਉਹਨਾਂ ਨੂੰ ਦੇਖ ਰਿਹਾ। ਤੇ ਇੱਕ ਦਿਨ ਹੋਇਆ ਕਿ ਜੀ, ਉਹ ਲਿਖਿਆ ਆਪਣੀ ਇੱਕ ਕਥਾ ਦੇ ਵਿੱਚ ਉਹਨਾਂ ਨੇ, ਕਹਿੰਦੇ ਜੀ ਹੋਇਆ ਕਿ ਉਹ ਲੈਕਚਰਰ ਜਿਹੜਾ ਕਲਾਸ ਦੇ ਵਿੱਚ ਆਇਆ, ਤੇ ਜਿਹੜੇ ਬੱਚੇ ਸਨ ਉਹਨਾਂ ਨੂੰ ਕਹਿਣ ਲੱਗਾ ਕਿ ਦੱਸੋ ਬਈ ਖੁਦਾ ਜਿਹੜਾ ਉਹ ਕਿੱਥੇ ਨਹੀਂ ਰਹਿੰਦਾ। ਬੱਚੇ ਵੀ ਹੈਰਾਨ ਹੋ ਗਏ ਕਿ ਵੀ ਅੱਜ ਤੱਕ ਤੇ ਇਹ ਇਹੋ ਹੀ ਕਹਿੰਦਾ ਆਇਆ ਕਿ ਉਹ ਖੁਦਾ ਹਰੇਕ ਜਗ੍ਹਾ ਤੇ ਸਾਡੇ ਸਾਰੇ ਕੀਤੇ ਹੋਏ ਕੰਮ ਜਿਹੜੇ ਉਹ ਉਹਨਾਂ ਨੂੰ ਵੇਖ ਰਿਹਾ। ਤੇ ਅੱਜ ਇਹਨੇ ਕੁਐਸਚਨ ਹੀ, ਸਵਾਲ ਹੀ ਪੁੱਠਾ ਕਰਤਾ ਕਿ ਬਈ ਇਹ ਦੱਸੋ ਕਿ ਉਹ ਖੁਦਾ ਕਿੱਥੇ ਜਿਹੜਾ ਉਹ ਨਹੀਂ ਰਹਿੰਦਾ। ਸਵਾਲ ਵਿੰਗਾ ਤੇ ਟੇਢਾ ਆਪਾਂ ਕਹਿ ਸਕਦੇ, ਕਿਉਂਕਿ ਰੋਜ਼ ਦੀ ਜਿਹੜੀ ਪ੍ਰੈਕਟਿਸ ਕਹਿ ਲਓ ਉਸਦੇ ਉਹ ਉਲਟ ਸੀ। ਲੇਕਿਨ ਲਿਖਤ ਵਿੱਚ ਇਸ ਤਰ੍ਹਾਂ ਮਿਲਦਾ ਕਿ ਇੱਕ ਬੱਚਾ ਖੜਾ ਹੋ ਗਿਆ, ਜਾਂ ਉਸਨੇ ਆਪਣਾ ਹੱਥ ਖੜਾ ਕੀਤਾ, ਕਹਿੰਦੇ ਜੀ ਜੇਕਰ ਇਜਾਜ਼ਤ ਹੋਵੇ ਤਾਂ ਫਿਰ ਮੈਂ ਇਹਦਾ ਜਵਾਬ ਜਿਹੜਾ ਉਹ ਦੇ ਸਕਦਾ। ਤੇ ਉਹ ਟੀਚਰ ਵੀ ਹੈਰਾਨ ਕਿ ਸਵਾਲ ਹੀ ਗਲਤ ਆ, ਤੇ ਦੱਸੋ ਇਸਨੇ ਜਵਾਬ ਕੀ ਦੇਣਾ। ਬੱਚੇ ਨੇ ਹਿੰਮਤ ਕੀਤੀ, ਖੜਾ ਹੋਇਆ ਤੇ ਕਹਿਣ ਲੱਗਾ, ਉਸਤਾਦ ਜੀ ਉਹ ਖੁਦਾ ਜਿਹੜਾ ਇਸ ਇਨਸਾਨ ਦੇ ਮਨ ਵਿੱਚ ਨਹੀਂ। ਲਿਖਤ ਵਿੱਚ ਇਸ ਤਰ੍ਹਾਂ ਮਿਲਦਾ ਕਿ ਉਸ ਆਪਾਂ ਲੈਕਚਰਰ ਦੀ ਗੱਲ ਕਰ ਲਈਏ, ਉਸ ਨੂੰ ਸੋਝੀ ਮਿਲ ਗਈ, ਯਕੀਨ ਹੋ ਗਿਆ ਕਿ ਵੀ ਵਾਕਈ ਉਹ ਖੁਦਾ ਜਿਹੜਾ ਉਹ ਹਰੇਕ ਜਗ੍ਹਾ ਤੇ ਹੈ, ਲੇਕਿਨ ਇਸ ਇਨਸਾਨ ਦੇ ਮਨ ਦੇ ਅੰਦਰ ਜਿਹੜਾ ਉਹ ਨਹੀਂ। ਆਪਾਂ ਗੁਰੂ ਘਰ ਦੀ ਬਾਣੀ ਦੇ ਪ੍ਰਤੀ ਜਿਹੜਾ ਉਹ ਵਿਚਾਰ ਕਰਾਂਗੇ। ਹਾਲੇ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਚੀਜ਼ ਬਾਰੇ ਵਰਣਨ ਮਿਲੇਗਾ। ਕੀ ਫਰਮਾਇਆ? ਸ਼ਾਇਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਮੁੱਖ ਵਾਕਾ ਜੀ, ਕਹਿੰਦੇ ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ, ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਕਰਾ। ਗੁਰੂ ਸਾਹਿਬਾਨ ਕੀ ਦੱਸਦੇ? ਕਹਿੰਦੇ ਉਹ ਭਰਾਵੋ, ਉਹ ਮਾਲਕ ਜਲ ਥਲ ਮਹੀਲ ਪੂਰਿਆ, ਕਹਿੰਦੇ ਉਹ ਜਲਾਂ ਵਿੱਚ ਵੀ ਆ, ਥਲਾਂ ਵਿੱਚ ਵੀ ਆ, ਕਹਿੰਦੇ ਜੰਗਲਾਂ ਔਰ ਪਹਾੜਾਂ ਵਿੱਚ ਵੀ ਆ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ, ਕਹਿੰਦੇ ਉਹ ਹਰੇਕ ਜਗ੍ਹਾ ਦੇ ਉੱਪਰ ਰਹਿੰਦਾ। ਕਹਿੰਦੇ ਸੋ ਪ੍ਰਭ ਚਿਤ ਨਾ ਆਵਈ, ਕਹਿੰਦੇ ਉਹ ਮਾਲਕ ਅਫਸੋਸ ਦੀ ਗੱਲ ਆ। ਗੁਰੂ ਸਾਹਿਬਾਨ ਕਹਿੰਦੇ ਕਿ ਬਈ ਇਸ ਇਨਸਾਨ ਨੂੰ ਜਿਹੜਾ ਕਹਿੰਦੇ ਉਹ ਚੇਤੇ ਨਹੀਂ। ਲੇਕਿਨ ਅਸੀਂ ਕੀ ਸਮਝਿਆ ਕਿ ਉਹ ਮਾਲਕ ਦੀ ਹੱਦ ਕਹਿ ਲਓ, ਉਸ ਮਾਲਕ ਦਾ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਦੀਵਾਰ ਕਹਿ ਲਓ, ਉਸ ਧਾਰਮਿਕ ਅਸਥਾਨ ਦੀ ਚਾਰ ਦੀਵਾਰੀ ਦੇ ਅੰਦਰ ਜਿਹੜੀ ਉਸ ਨੂੰ ਆਪਾਂ ਸੀਮਿਤ ਆਖ ਸਕਦੇ। ਲੇਕਿਨ ਗੁਰੂ ਸਾਹਿਬਾਨ ਦੀ ਬਾਣੀ ਕੀ ਇਸ਼ਾਰਾ ਕਰਦੀ ਕਿ ਉਹ ਹਰੇਕ ਜਗ੍ਹਾ ਜਿਹੜੀ ਉਸ ਦੇ ਵਿੱਚ ਉਹ ਵਿਆਪ ਗਿਆ। ਜਿਸ ਤਰ੍ਹਾਂ ਆਪਾਂ
ਹੋਰ ਜਿਹੜੀ ਉਹ ਉਦਾਹਰਨ ਲੈ ਸਕਦੇ ਹਾਂ ਕਿ ਵੀ ਗੁਰੂ ਸਾਹਿਬਾਨ ਨੇ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਵਿਣ ਬੋਲਿਆ ਸਭ ਕਿਸ ਜਾਣਦਾ, ਕਿਸ ਆਗੇ ਕੀਚੇ ਅਰਦਾ। ਕਿਉਂਕਿ ਆਪਾਂ ਉਸ ਆਤਮ ਅਭਿਆਸ ਦੀ ਗੱਲ ਕਰ ਰਹੇ, ਮਨ ਨੂੰ ਮਨਾਉਣ ਦੀ ਗੱਲ ਕਰ ਰਹੇ। ਬਾਣੀ ਆਪਾਂ ਨੂੰ ਕੀ ਇਸ਼ਾਰਾ ਕਰਦੀ ਕਿ ਬਈ ਜੇਕਰ ਉਹ ਮਾਲਕ ਹਰੇਕ ਜਗ੍ਹਾ ਤੇ ਆ, ਹਰੇਕ ਥਾਂ ਤੇ ਆ, ਤੇ ਫਿਰ ਉਹ ਸਰਬ ਵਿਆਪਕ ਆ। ਕੀ ਫਰਮਾਇਆ? ਕਹਿੰਦੇ ਵਿਣ ਬੋਲਿਆ ਸਭ ਕਿਸ ਜਾਣਦਾ। ਕਹਿੰਦੇ ਜੇ ਉਹ ਮਾਲਕ ਜਾਣੀ ਜਾਣਿਆ ਤੇ ਫਿਰ ਉਸ ਨੂੰ ਦੱਸਣ ਦੀ ਲੋੜ ਨਹੀਂ ਕਿ ਭਾਈ ਕਿਸੇ ਇਨਸਾਨ ਨੂੰ ਜਿਹੜੀ ਉਹ ਕਿਹੜੀ ਚੀਜ਼ ਚਾਹੀਦੀ। ਤੇ ਜੇਕਰ ਫਿਰ ਉਹ ਜਾਣ ਨਹੀਂ ਸਕਦਾ ਤੇ ਫਿਰ ਉਹ ਆਪਾਂ ਨੂੰ ਕੋਈ ਚੀਜ਼ ਜਿਹੜੀ ਉਹ ਦੇ ਵੀ ਨਹੀਂ ਸਕਦਾ। ਇਸ ਕਰਕੇ ਮਹਾਤਮਾ ਦੇ ਦੱਸਣ ਅਨੁਸਾਰ ਕਹਿ ਲਓ, ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ ਗੱਲ ਕਰ ਲਈਏ ਆਪਾਂ, ਉਹਨਾਂ ਨੇ ਇਸ ਨੂੰ ਦ੍ਰਿੜ ਅਭਿਆਸ ਕਰਨਾ ਆਖਿਆ ਕਿ ਜਦੋਂ ਇਹ ਇਨਸਾਨ ਆਪਣੇ ਮਨ ਦੇ ਰਾਹੀਂ ਦ੍ਰਿੜ ਅਭਿਆਸ ਕਰਨਾ ਸਿੱਖ ਜਾਵੇਗਾ ਤੇ ਇਸ ਇਨਸਾਨ ਦੀ ਕਹਿਣੀ ਅਤੇ ਕਰਨੀ ਦੀ ਆਪਾਂ ਗੱਲ ਕਰ ਲਈਏ, ਉਸ ਦੇ ਵਿੱਚ ਜਿਹੜੀ ਉਹ ਤਬਦੀਲੀ ਆ ਜਾਵੇਗੀ। ਕੋਈ 26 ਕੁ ਸਾਲ ਦੀ ਤਪੱਸਿਆ ਕਰਨ ਤੋਂ ਬਾਅਦ ਜਦੋਂ ਉਸ ਮਾਲਕ ਨੂੰ ਸ਼ੇਖ ਫਰੀਦ ਜੀ ਨੇ ਆਪਣੇ ਅੰਦਰ ਦੇਖਿਆ, ਆਪਣੇ ਅੰਦਰ ਉਹਨਾਂ ਨੇ ਪ੍ਰਗਟ ਕੀਤਾ ਤੇ ਬਾਣੀ ਅੰਦਰ ਕੀ ਲਿਖ ਦਿੱਤਾ? ਕਹਿੰਦੇ ਮੁਝ ਅਵਗਣ ਸਹਿ ਨਾਹੀ ਦੋਸ਼। ਕਹਿੰਦੇ ਐ ਮਾਲਕ, ਕਹਿੰਦੇ ਅਵਗੁਣ ਜਿਹੜੇ ਆ ਉਹ ਮੇਰੇ ਅੰਦਰ ਆ। ਕਹਿੰਦੇ ਉਸ ਮਾਲਕ ਦੇ ਵਿੱਚ ਕੋਈ ਵੀ ਦੋਸ਼ ਜਿਹੜਾ ਉਹ ਨਹੀਂ। ਗੱਲ ਕਿਹਨਾਂ ਦੀ? ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਉਸ ਨੂੰ ਆਤਮ ਅਭਿਆਸ ਦੇ ਵਿੱਚ ਲੈ ਕੇ ਆਂਦਾ, ਆਪਣੇ ਅੰਦਰ ਉਸ ਮਾਲਕ ਨੂੰ ਪ੍ਰਗਟ ਕੀਤਾ। ਇਸ ਇਨਸਾਨ ਦੀ ਕਹਿਣੀ ਤੇ ਕਰਨੀ ਦੇ ਵਿੱਚ ਜਿਹੜੀ ਤਬਦੀਲੀ ਆ ਗਈ ਤੇ ਫਿਰ ਇਸ ਇਨਸਾਨ ਦੀ ਅਵਸਥਾ ਜਿਹੜੀ ਆਪਾਂ ਉਸ ਦੇ ਪ੍ਰਤੀ ਜਿਹੜੀ ਉਹ ਗੱਲ ਕਰ ਸਕਦੇ। ਜਦੋਂ ਉਸ ਮਾਲਕ ਨੂੰ ਇਹਨਾਂ ਨੇ ਆਪਣੇ ਅੰਦਰ ਪ੍ਰਗਟ ਕੀਤਾ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਵੀ ਜਿਨ੍ਹਾਂ ਦੀ ਅਵਸਥਾ ਦ੍ਰਿੜ ਅਭਿਆਸ ਕਰਨ ਦੇ ਨਾਲ ਉਸ ਮਾਲਕ ਦੇ ਨਾਲ ਮਿਲਾਪ ਕਰਨ ਬਾਅਦ ਕੀ ਲਿਖਿਆ? ਕਹਿੰਦੇ ਕਬੀਰ ਅਵਸਥਾ ਬਣ ਗਈ ਨਾ। ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਅਵਸਥਾ ਹੀ ਬਦਲ ਗਈ। ਲੇਕਿਨ ਕੋਈ ਸਾਡੇ ਵਰਗੇ ਇਨਸਾਨ ਨੂੰ ਥੋੜੀ ਜੀ ਗੱਲ ਕਹਿ ਦੇਵੇ ਨਾ ਤੇ ਕਦੇ ਆਪਾਂ ਜਿਹੜਾ ਹੈਗਾ ਉਸ ਇਨਸਾਨ ਨੂੰ ਮਾਫ ਨਹੀਂ ਕਰ ਸਕਦੇ। ਹੁਣ ਆ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਗੱਲ ਕਰ ਰਹੇ, ਅਵਸਥਾ ਕਿਹਨਾਂ ਦੀ? ਜਿਨ੍ਹਾਂ ਨੇ ਆਤਮ ਅਭਿਆਸ ਕੀਤਾ। ਆਤਮ ਅਭਿਆਸ ਕਰਨ ਤੋਂ ਕੀ ਭਾਵ? ਆਪਾਂ ਇੱਕ ਥੋੜੀ ਜੀ ਹੋਰ ਇਹਦੀ ਆਪਾਂ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਮਨ ਆ ਨਾ ਇਸ ਇਨਸਾਨ ਦਾ, ਤੇ ਉਸ ਦੇ ਉੱਪਰ ਜਿਸ ਤਰ੍ਹਾਂ ਲਾਈਨਾਂ ਜਿਹੜੀਆਂ ਉਹ ਵਗ ਜਾਂਦੀਆਂ। ਇਸ ਇਨਸਾਨ ਨੇ ਪੁੱਤਰਾਂ ਦਾ ਅਭਿਆਸ ਕੀਤਾ, ਉਹਨਾਂ ਨੂੰ ਯਾਦ ਕੀਤਾ ਸਾਰੀ ਜ਼ਿੰਦਗੀ, ਉਸ ਦੀਆਂ ਲਾਈਨਾਂ ਜਿਹੜੀਆਂ ਇਸ ਦੇ ਮਨ ਦੇ ਉੱਪਰ ਉਕਰ ਜਾਣਗੀਆਂ। ਧਨ ਦੌਲਤ ਤੋਂ ਇਸਨੇ ਸਾਰੀ ਉਮਰ ਯਾਦ ਕੀਤਾ, ਉਸ ਦੀਆਂ ਲਾਈਨਾਂ ਜਿਹੜੀਆਂ ਉਸ ਦੇ ਉੱਪਰ ਇਸ ਦੇ ਮਨ ਦੇ ਉਕਰ ਜਾਣਗੀਆਂ। ਇਸੇ ਤਰ੍ਹਾਂ ਵੱਖਰੀ ਵੱਖਰੀ ਜਿਸ ਚੀਜ਼ ਦੇ ਨਾਲ ਵੀ ਇਸ ਇਨਸਾਨ ਨੇ ਆਪਣਾ ਸੰਬੰਧ ਜੋੜਿਆ ਨਾ, ਅਸਲ ਵਿੱਚ ਹੁੰਦਾ ਕਿ ਉਸ ਦੀਆਂ ਲਾਈਨਾਂ ਜਿਹੜੀਆਂ ਇਸ ਇਨਸਾਨ ਦੇ ਮਨ ਦੇ ਉੱਪਰ ਜਿਹੜੀਆਂ ਉਹ ਉਕਰ ਜਾਂਦੀਆਂ। ਮਹਾਤਮਾ ਸਿਰਫ ਆਪਾਂ ਨੂੰ ਉਹ ਢੰਗ ਦੱਸਦੇ, ਤਰੀਕਾ ਦੱਸਦੇ, ਜੁਗਤੀ ਦੱਸਦੇ ਕਿ ਵੀ ਉਸ ਮਾਲਕ ਦਾ ਸਿਮਰਨ ਕਰਨ ਦੇ ਨਾਲ, ਉਸ ਮਾਲਕ ਦਾ ਅਭਿਆਸ ਕਰਨ ਦੇ ਨਾਲ ਇਹ ਦੁਨੀਆ ਦੀਆਂ ਜਿਹੜੀਆਂ ਲਾਈਨਾਂ ਉਸ ਦੇ ਉੱਪਰ ਵਗ ਚੁੱਕੀਆਂ ਹਨ ਨਾ, ਆਹਿਸਤਾ ਆਹਿਸਤਾ ਇਹ ਖਤਮ ਹੋਣੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਆਤਮ ਵਿਚਾਰ ਦੀ ਗੱਲ ਕੀਤੀ, ਆਤਮ ਅਭਿਆਸ ਦੀ ਗੱਲ ਕੀਤੀ। ਇਸ ਤਰ੍ਹਾਂ ਆਪਾਂ ਵਿਚਾਰ ਕਰ ਲਈਏ ਜੀ, ਕਹਿ ਲੈਣਾ ਜਿਹੜਾ ਉਹ ਬੜਾ ਆਸਾਨ ਕਹਿ ਲਓ, ਸੌਖਾ ਕਹਿ ਲਓ, ਲੇਕਿਨ ਜਿਸ ਚੀਜ਼ ਦਾ ਸਾਰੀ ਜ਼ਿੰਦਗੀ ਦਾ ਸਿਮਰਨ ਇਸ ਦਾ ਬਣ ਚੁੱਕਾ ਆਨਾ ਤੇ ਮਹਾਤਮਾ ਦੇ ਦੱਸਣ ਅਨੁਸਾਰ ਕਹਿੰਦੇ ਅਖੀਰਲੇ ਸਮੇਂ ਦੇ ਵਿੱਚ ਜਿਸ ਚੀਜ਼ ਦਾ ਇਸਨੇ ਸਿਮਰਨ ਕੀਤਾ, ਇਹ ਇਨਸਾਨ ਉੱਥੇ ਜਾ ਕੇ ਜਨਮ ਲਵੇਗਾ।
ਇਸ ਕਰਕੇ ਮਹਾਤਮਾ ਆਪਾਂ ਨੂੰ ਉਸ ਮਾਲਕ ਦੇ ਨਾਮ ਦਾ ਸਿਮਰਨ ਕਹਿ ਲਓ, ਉਸ ਮਾਲਕ ਦੇ ਨਾਮ ਦਾ ਅਭਿਆਸ ਕਰਨ ਦਾ ਜਿਹੜਾ ਉਸ ਦੀ ਆਪਾਂ ਨੂੰ ਤਕੀਦ ਕਰਦੇ। ਆਪ ਗੁਰੂ ਸਾਹਿਬਾਨ ਦੇ ਸਮੇਂ ਦੀ ਆਪਾਂ ਗੱਲ ਕਰ ਲਈਏ ਤੇ ਆਪਾਂ ਕਹਿ ਲਈਏ ਕਿ ਲਾਹੌਰ ਦੇ ਅੰਦਰ ਦੁਨੀ ਚੰਦ ਜੀ ਗੁਰੂ ਘਰ ਦੇ ਬੜੇ ਨਜ਼ਦੀਕੀ ਸਨ। ਉਸ ਸਮੇਂ ਵੰਡ ਤੋਂ ਪਹਿਲਾਂ ਦੀ ਗੱਲ, ਤੇ ਗੁਰੂ ਸਾਹਿਬਾਨ ਉੱਥੇ ਗਏ ਤੇ ਉਹਨਾਂ ਨੂੰ ਦੁਨੀ ਚੰਦ ਲਾਹੌਰ ਰਹਿੰਦੇ ਸਨ, ਉਹਨਾਂ ਨੂੰ ਆਖਿਆ, ਕਹਿਣ ਲੱਗੇ ਉਹ ਭਾਈ ਕੀ ਕਰ ਰਹੇ ਹੋ? ਕਹਿਣ ਲੱਗੇ ਜੀ ਅਸੀਂ ਆਪਣੇ ਪਿਤਾ ਦੇ ਨਿਮਿਤ ਜਿਹੜਾ ਉਹ ਸਰਾਧ ਜਿਸ ਨੂੰ ਆਪਾਂ ਕਹਿੰਦੇ ਆ ਨਾ, ਕਹਿੰਦੇ ਜੀ ਉਹ ਕਰਵਾ ਰਹੇ। ਤੇ ਕਿਉਂਕਿ ਮਹਾਤਮਾ ਕਦੇ ਕਿਸੇ ਦਾ ਲਿਹਾਜ਼ ਨਹੀਂ ਰੱਖਦੇ, ਜਾਂ ਕਿਸੇ ਨੂੰ ਕੱਢਣਾ ਹੋਵੇ ਨਾ ਤੇ ਫਿਰ ਕੋਈ ਉਹ ਇਹੋ ਜਿਹੀ ਘਟਨਾ ਜਿਹੜੀ ਆ ਉਹ ਕਰ ਦਿੰਦੇ, ਜਾਂ ਕਹਿ ਲਓ ਡਰਾਮਾ ਨਾਟਕ ਜਾਂ ਕਿਸੇ ਆਪਾਂ ਹੋਰ ਲਫ਼ਜ਼ ਨਾਲ ਇਹਨੂੰ ਕਹਿ ਸਕਦੇ। ਦੁਨੀ ਚੰਦ ਨੂੰ ਗੁਰੂ ਸਾਹਿਬਾਨ ਨੇ ਕੀ ਆਖਿਆ? ਕਹਿਣ ਲੱਗੇ ਤੁਸੀਂ ਆਪਣੇ ਪਿਤਾ ਦੇ ਨਿਮਿਤ ਸਰਾਧ ਕਰਾ ਰਹੇ ਹੋ, ਤੇ ਤੁਹਾਨੂੰ ਪਤਾ ਜੀ ਕਿ ਤੁਹਾਡਾ ਪਿਤਾ ਜਿਹੜਾ ਮੌਤ ਤੋਂ ਬਾਅਦ ਕਿੱਥੇ ਗਿਆ? ਕਹਿਣ ਲੱਗੇ ਉਹ ਇੱਕ ਬਘਿਆੜ ਦੀ ਜੂਨ ਦੇ ਵਿੱਚ ਪੈ ਗਿਆ। ਗੁਰੂ ਸਾਹਿਬਾਨ ਨੇ ਦੁਨੀ ਚੰਦ ਨੂੰ ਇਹ ਚੀਜ਼ ਜਿਹੜੀ ਉਹ ਉਸ ਸਮੇਂ ਦੇ ਵਿੱਚ ਆਖੀ, ਤੇ ਦੁਨੀ ਚੰਦ ਨੇ ਕੀ ਆਖਿਆ? ਕਹਿਣ ਲੱਗੇ ਜੀ ਜੇ ਸਾਰੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਕਰਨ ਦੇ ਨਾਲ ਉਹ ਭਾਈ ਬਘਿਆੜ ਦੀ ਜੂਨ ਵਿੱਚ ਹੀ ਜਾਣਾ, ਤੇ ਫਿਰ ਅੱਜ ਤੋਂ ਬਾਅਦ ਤੁਹਾਡੀ ਸਾਡੀ ਜਿਹੜੀ ਉਸ ਨੂੰ ਆਪਾਂ ਸਲਾਮ ਕਹਿ ਦਿੰਦੇ। ਮਹਾਤਮਾ ਦੇ ਸਮਝਾਉਣ ਦਾ ਤਰੀਕਾ, ਆਪਾਂ ਦ੍ਰਿੜ ਅਭਿਆਸ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ, ਤੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਆਖਿਆ, ਕਹਿੰਦੇ ਅਸੀਂ ਤੁਹਾਨੂੰ ਦੱਸ ਦਿੰਨੇ। ਕਹਿੰਦੇ ਹੋਇਆ ਕੀ? ਕਹਿੰਦੇ ਜਿਸ ਸਮੇਂ ਤੁਹਾਡੇ ਪਿਤਾ ਦਾ ਅਖੀਰਲੇ ਸਵਾਸ ਸਨ, ਕਹਿ ਲਓ ਜ਼ਿੰਦਗੀ ਦਾ ਅੰਤ ਜਿਹੜਾ ਉਹ ਆ ਰਿਹਾ ਸੀ, ਤੇ ਫਿਰ ਕਹਿੰਦੇ ਇਹਨਾਂ ਦਾ ਅਭਿਆਸ ਜਿਹੜਾ, ਇਹਨਾਂ ਦੀ ਉਹ ਸੁਰਤੀ ਕਹਿ ਲਓ, ਉਹਨਾਂ ਦੀ ਉਹ ਲਾਲਸਾ ਕਹਿ ਲਓ, ਕਹਿੰਦੇ ਗੁਆਂਢ ਤੁਹਾਡੇ ਮਾਸ ਬਣ ਰਿਹਾ ਸੀ, ਉਸ ਦੀ ਵਾਸਨਾ ਜਿਹੜੀ ਆ, ਕਹਿੰਦੇ ਦੁਨੀ ਚੰਦ ਤੁਹਾਡੇ ਪਿਤਾ ਦੇ ਜਿਹੜੀ ਆ ਉਹ ਆਪਾਂ ਕਹਿ ਲਈਏ ਕਿ ਨੱਕ ਦੇ ਵਿੱਚ ਗਈ, ਤੇ ਇਹਨਾਂ ਦਾ ਖਿਆਲ ਇੱਕਦਮ ਜਿਹੜਾ ਹੈਗਾ ਉਹ ਕਹਿੰਦੇ ਉਸ ਮਾਸ ਨੂੰ ਕਹਿ ਲਓ ਖਾਣ ਵਾਸਤੇ ਜਿਹੜਾ ਉਹ ਚਲਾ ਗਿਆ, ਤੇ ਕਹਿੰਦੇ ਫਿਰ ਉਹਨਾਂ ਦਾ ਉਹ ਅਭਿਆਸ ਜਿਹੜਾ ਸੀਗਾ ਉਹ ਉਸ ਚੀਜ਼ ਦੇ ਪ੍ਰਤੀ ਹੋ ਗਿਆ, ਤੇ ਮਾਲਕ ਨੇ ਫਿਰ ਜਿਹੜਾ ਉਹਨਾਂ ਨੂੰ ਜਹਾਂ ਆਸਾ ਤਹਾਂ ਵਾਸਾ ਦੀ ਗੱਲ ਕਰਦੇ ਹੋਏ ਕਹਿੰਦੇ ਵੀ ਬਘਿਆੜ ਦੀ ਜੂਨ ਦੇ ਦਿੱਤੀ, ਕਿ ਵੀ ਬੜੀ ਖੁਸ਼ੀ ਦੇ ਨਾਲ ਕਹਿੰਦੇ ਵੀ ਜਿੰਨਾ ਤੁਸੀਂ ਮਾਸ ਖਾਣਾ ਹੈਗਾ ਉਹ ਖਾ ਸਕਦੇ। ਦੱਸਣ ਤੋਂ ਕੀ ਭਾਵ, ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਦ੍ਰਿੜ ਅਭਿਆਸ ਕਰਨ ਦੀ ਗੱਲ। ਕਿਸ ਚੀਜ਼ ਦਾ ਅਭਿਆਸ ਕਰਨਾ? ਇਸ ਕਰਕੇ ਮਹਾਤਮਾ ਆਪਾਂ ਨੂੰ ਇਸ ਮਨ ਨੂੰ ਸੁਧਰਨ ਦੀ ਗੱਲ ਦੱਸਦੇ ਕਿ ਇਹ ਜਦੋਂ ਵੀ ਜਿਹੜਾ ਸੁਧਰ ਸਕੇਗਾ, ਜਦੋਂ ਵੀ ਉਸ ਰਸਤੇ ਵਿੱਚ ਆ ਸਕੇਗਾ, ਸਿਰਫ ਇੱਕੋ ਇੱਕ ਚੀਜ਼, ਜਦੋਂ ਇਸ ਨੂੰ ਵਾਸਨਾਵਾਂ ਕਹਿ ਲਓ, ਖਾਸ਼ਾਂ ਕਹਿ ਲਓ, ਲਾਲਸਾ ਕਹਿ ਲਓ, ਜਾਂ ਕਿਸੇ ਹੋਰ ਸ਼ਬਦ ਨਾਲ ਆਪਾਂ ਕਹਿ ਲਈਏ, ਉਸ ਤੋਂ ਉੱਚੀ ਔਰ ਸੁੱਚੀ ਚੀਜ਼ ਜਿਹੜੀ ਇਸ ਨੂੰ ਪ੍ਰਾਪਤ ਹੋਵੇਗੀ। ਭਾਈ ਸਾਹਿਬ ਜੀ, ਆਪ ਜੀ ਨੇ ਕਾਫੀ ਵਿਸਥਾਰ ਵਿੱਚ ਜ਼ਿਕਰ ਕੀਤਾ ਕਿ ਦ੍ਰਿੜ ਅਭਿਆਸ ਕੀ ਹੈ। ਉਸ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਦਾ ਹਿੱਸਾ ਬਣਾਉਣਾ। ਜੇਕਰ ਇਹ ਬਾਣੀ ਮਨ ਦਾ ਹਿੱਸਾ ਨਹੀਂ ਬਣੀ ਤਾਂ ਫਿਰ ਆਪਾਂ ਕਿਸੇ ਦੀ ਜ਼ਿੰਦਗੀ ਤਾਂ ਕੀ, ਆਪਣੀ ਜ਼ਿੰਦਗੀ ਵੀ ਨਹੀਂ ਸਵਾਰ ਸਕਾਂਗੇ। ਸਤਿਗੁਰੂ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ, कबीर अबरा को उपदेश दे, मुख में पर है रेत, रास बिरानी राखते, खाया घर का खेत। सतगुरु कबीर साहिब जी उपदेश करते हैं कि ए इंसान जेकर ये उपदेश जो तू दूसरिਆਂ ਨੂੰ दे रहा है, जेकर तू उस उपदेश ਨੂੰ ਆਪਣੇ ਮਨ ਦਾ ਹਿੱਸਾ ਨਹੀਂ ਬਣਾਇਆ ਤਾਂ ਇਹ ਉਪਦੇਸ਼ ਇਸ ਤਰ੍ਹਾਂ ਹੈ ਜਿਵੇਂ ਤੂੰ ਆਪਣੇ ਮੂੰਹ ਵਿੱਚੋਂ ਮਿੱਟੀ ਕੱਢ ਕੇ ਦੂਸਰਿਆਂ ਦੇ ਕੰਨਾਂ ਵਿੱਚ ਪਾ ਦਿੱਤੀ। ਭਾਈ ਸਾਹਿਬ ਜੀ ਸਤਿਗੁਰੂ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਫਰਮਾਇਆ, ਸਿਮਰਨ ਸੇ ਸੁਖ ਹੋਤ ਹੈ, ਸਿਮਰਨ ਸੇ ਦੁਖ ਜਾਏ। ਕਹੇ ਕਬੀਰ सिमरन किए साई माहे समाए। सतगुरु कबीर साहिब जी दे दसन अनुसार उस मालक नाल मिलाप करन लई, उस दे विच समाउण लई
ਦ੍ਰਿੜ ਅਭਿਆਸ ਕਰਨਾ ਪਵੇਗਾ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ, ਜੋ ਕਿ ਵਿਰਾਗੇ ਪ੍ਰਕਰਨ ਸਰਗ 13 ਵਿੱਚ ਦਰਜ ਹੈ। ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ? ਸਰੀਰ ਰੂਪੀ ਬੇੜੀ ਭੋਗ ਰੂਪੀ ਰੇਤ ਵਿੱਚ ਪਈ ਹੈ, ਇਸ ਦਾ ਪਾਰ ਹੋਣਾ ਕਠਨ ਹੈ। ਦੂਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ, ਜਦੋਂ ਵਿਰਾਗ ਰੂਪੀ ਤੇਜ ਜਲ ਦਾ ਪ੍ਰਵਾਹ ਹੋਵੇ ਤੇ ਅਭਿਆਸ ਰੂਪੀ ਪਤਵਾਰ ਦਾ ਜ਼ੋਰ ਹੋਵੇ ਤਾਂ ਸੰਸਾਰ ਦੇ ਪਾਰ ਰੂਪੀ ਕਿਨਾਰੇ ਤੇ ਪਹੁੰਚ ਸਕਦੇ ਹਾਂ। ਸਰੀਰ ਰੂਪੀ ਜੋ ਬੇੜਾ ਹੈ ਉਹ ਸੰਸਾਰ ਰੂਪੀ ਸਮੁੰਦਰ ਤੇ ਤ੍ਰਿਸ਼ਨਾ ਰੂਪੀ ਜਲ ਵਿੱਚ ਪਿਆ ਹੈ ਅਤੇ ਇਸ ਦਾ ਪ੍ਰਵਾਹ ਬਹੁਤ ਤੇਜ਼ ਹੈ। ਭਗਵਾਨ ਵਾਲਮੀਕ ਜੀ ਦੱਸਦੇ ਹਨ ਕਿ ਇਸ ਸੰਸਾਰ ਰੂਪੀ ਸਮੁੰਦਰ ਵਿੱਚ ਭੋਗ ਰੂਪੀ ਮਗਰਮੱਛ ਹਨ, ਜੋ ਸਰੀਰ ਰੂਪੀ ਬੇੜੇ ਨੂੰ ਪਾਰ ਨਹੀਂ ਲੱਗਣ ਦਿੰਦੇ। ਚੌਥੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਦੱਸਦੇ ਹਨ ਕਿ ਜਦੋਂ ਸਰੀਰ ਰੂਪੀ ਬੇੜੇ ਨੂੰ ਵੈਰਾਗ ਰੂਪੀ ਹਵਾ ਤੇ ਅਭਿਆਸ ਰੂਪੀ ਪਤਵਾਰ ਦਾ ਬਲ ਲੱਗੇ ਤਾਂ ਹੀ ਇਹ ਸਰੀਰ ਰੂਪੀ ਬੇੜਾ ਪਾਰ ਹੋ ਸਕਦਾ। ਭਗਵਾਨ ਵਾਲਮੀਕ ਜੀ ਫਰਮਾਉਂਦੇ ਹਨ ਕਿ ਜਿਸ ਪੁਰਸ਼ ਨੇ ਐਸੇ ਬੇੜੇ ਦਾ ਪ੍ਰਬੰਧ ਕਰਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਲਿਆ ਹੈ, ਉਹ ਸੁਖੀ ਹੋ ਗਿਆ। ਤੇ ਜਿਸ ਨੇ ਐਸੇ ਬੇੜੇ ਦਾ ਪ੍ਰਬੰਧ ਨਹੀਂ ਕੀਤਾ, ਉਹ ਪਰਮ ਦੁੱਖ ਨੂੰ ਪ੍ਰਾਪਤ ਹੁੰਦਾ ਹੈ। ਉਹ ਉਸ ਬੇੜੇ ਤੋਂ ਉਲਟਾ ਡੁੱਬੇਗਾ। ਕਿਉਂ ਡੁੱਬੇਗਾ? ਇਸ ਕਰਕੇ ਡੁੱਬੇਗਾ ਕਿਉਂ ਜੋ ਸਰੀਰ ਰੂਪੀ ਬੇੜੇ ਵਿੱਚ ਤ੍ਰਿਸ਼ਨਾ ਰੂਪੀ ਸ਼ੇਖ ਹਨ, ਜਿਸ ਕਰਕੇ ਉਹ ਬੇੜੀ ਜਾਂ ਕਿਸ਼ਤੀ ਸਮੁੰਦਰ ਵਿੱਚ ਡੁੱਬ ਜਾਂਦੀ ਹੈ। ਭਾਈ ਸਾਹਿਬ ਜੀ, ਇਹ ਸੰਸਾਰ ਰੂਪੀ ਸਮੁੰਦਰ ਕੀ ਹੈ? ਸੁਖ ਪ੍ਰਾਪਤ ਕਰਨ ਲਈ ਬੇੜੇ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ। ਸੰਸਾਰ ਦਾ ਹਰੇਕ ਧਾਰਮਿਕ ਗ੍ਰੰਥ ਆਪਾਂ ਨੂੰ ਉਸ ਬੇੜੇ ਦੇ ਪ੍ਰਬੰਧ ਬਾਰੇ ਹੀ ਦੱਸਦਾ ਹੈ। ਇਹ ਜੋ ਸੰਗਤ ਬੈਠੀ ਕਾਂਸ਼ੀ ਟੈਲੀਵਿਜ਼ਨ ਨੂੰ ਦੇਖ ਰਹੀ ਹੈ, ਭਗਵਾਨ ਵਾਲਮੀਕ ਜੀ ਦੀ ਬਾਣੀ ਅਨੁਸਾਰ ਆਪ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਭੈਣ ਜੀ, ਜਿਸ ਤਰ੍ਹਾਂ ਆਪਾਂ ਹੁਣ ਤੱਕ ਵਿਚਾਰ ਕਰ ਚੁੱਕੇ, ਦ੍ਰਿੜ ਅਭਿਆਸ ਦੀ ਆਪਾਂ ਗੱਲ ਕੀਤੀ। ਵੱਖਰੇ ਵੱਖਰੇ ਮਹਾਤਮਾ ਨੇ ਆਪਣੇ ਆਪਣੇ ਸਮੇਂ ਦੇ ਅੰਦਰ ਆ ਕੇ ਉਸ ਚੀਜ਼ ਦਾ ਜਿਹੜਾ ਉਹ ਵਰਣਨ ਕੀਤਾ, ਜਿਸ ਨੂੰ ਭਗਵਾਨ ਵਾਲਮੀਕ ਜੀ ਨੇ ਮਨਮੁਖਤਾ ਅਤੇ ਗੁਰਮੁਖਤਾ ਦੀ ਗੱਲ ਕਰਦੇ ਹੋਏ ਵੀ ਆਪਣੀ ਬਾਣੀ ਦੇ ਅੰਦਰ ਆਪਾਂ ਨੂੰ ਉਹ ਚੀਜ਼ ਜਿਹੜੀ ਉਹ ਸਮਝਾਉਣ ਦੀ ਗੱਲ ਕੀਤੀ। ਜਿਸ ਤਰ੍ਹਾਂ ਇੱਕ ਆਪਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਵਿੱਚ ਇੱਕ ਜਗ੍ਹਾ ਤੇ ਚੀਲ ਅਤੇ ਹੰਸ ਦੀ ਗੱਲ ਕੀਤੀ, ਜਿਹੜੇ ਇਨਸਾਨ ਮਨ ਦੇ ਅਧੀਨ ਆ ਕੇ ਭਾਵ ਮਨ ਦੀਆਂ ਵਾਸਨਾਵਾਂ ਕਹਿ ਲਓ, ਉਹਨਾਂ ਤੋਂ ਆਪਣੇ ਆਪ ਨੂੰ ਉੱਪਰ ਨਹੀਂ ਲਿਜਾ ਸਕੇ। ਭਗਵਾਨ ਵਾਲਮੀਕ ਜੀ ਉਹਨਾਂ ਨੂੰ ਚੀਲ ਕਰਕੇ ਆਖਿਆ। ਜਿਸ ਤਰ੍ਹਾਂ ਚੀਲ ਇੱਕ ਗਿਰਜ ਕਹਿ ਲਓ ਨਾ, ਇੱਲ ਜਿਹੜੀ ਆ, ਉਸ ਦੀ ਐਗਜ਼ੈਂਪਲ ਜਿਹੜੀ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਜਿਹੜੀ ਉਹ ਦਿੱਤੀ। ਕਹਿੰਦੇ ਕਿਉਂਕਿ ਹੰਸ ਜਿਹੜਾ ਦੱਸਦੇ ਕਿ ਇਸ ਦੀ ਉਡਾਰੀ ਜਿਹੜੀ ਬੜੀ ਉੱਚੀ, ਤੇ ਸਮੁੰਦਰ ਦੇ ਮੋਤੀਆਂ ਦੀ ਗੱਲ ਜਿਹੜੀ ਧਾਰਮਿਕ ਗ੍ਰੰਥਾਂ ਦੇ ਅੰਦਰ ਜ਼ਿਕਰ ਮਿਲਦਾ ਕਿ ਇਸ ਦੀ ਜਿਹੜੀ ਉਹ ਖੁਰਾਕ। ਲੇਕਿਨ ਜਿਹੜੀ ਚੀਲ ਆ, ਆਪਾਂ ਉਸ ਦੀ ਗੱਲ ਕਰਕੇ ਵੇਖੀਏ ਤੇ ਉਸ ਦੀ ਖੁਰਾਕ ਕੀ, ਉਸ ਨੂੰ ਮੁਰਦਾਰ ਕਹਿੰਦੇ, ਮੁਰਦਾ ਚੀਜ਼ ਜਿਹੜੀ ਉਸ ਦੇ ਪ੍ਰਤੀ ਜਿਹੜਾ ਉਹ ਇਸ਼ਾਰਾ ਕੀਤਾ। ਦੱਸਣ ਤੋਂ ਕੀ ਭਾਵ ਕਿ ਜਿਹੜੇ ਇਨਸਾਨ ਇਸ ਸੰਸਾਰ ਦੇ ਅੰਦਰ ਆ ਕੇ ਆਪਣੇ ਮਨ ਦੇ ਵਿਕਾਰਾਂ ਦੇ ਅਧੀਨ ਆਪਾਂ ਕਹਿ ਲਈਏ, ਮਨ ਦੀ ਮਾਰ ਤੋਂ ਆਪਣੇ ਆਪ ਨੂੰ ਨਹੀਂ ਬਚਾ ਸਕੇ, ਤੇ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ ਉਹਨਾਂ ਨੇ ਕੀ ਇਸ਼ਾਰਾ ਕੀਤਾ? ਕਹਿੰਦੇ ਵੀ ਉਹ ਇਨਸਾਨ ਇਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਚੀਲ ਪੰਛੀ ਦੀ ਹੈ।
ਗੁਰੂ ਘਰ ਨੇ ਕਾਫੀ ਸਮਾਂ ਬਾਅਦ ਵਿੱਚ ਆ ਕੇ ਆਪਣੀ ਬਾਣੀ ਦੇ ਵਿੱਚ ਇਸੇ ਚੀਜ਼ ਦਾ ਜ਼ਿਕਰ ਕੀਤਾ, ਗੁਰਮੁਖਤਾ ਅਤੇ ਮਨਮੁਖਤਾ ਦੀ ਗੱਲ। ਜਦੋਂ ਇਸ ਇਨਸਾਨ ਦਾ ਦ੍ਰਿੜ ਅਭਿਆਸ ਹੋ ਜਾਵੇਗਾ, ਜਦੋਂ ਇਸ ਇਨਸਾਨ ਨੂੰ ਸੋਝੀ ਆ ਜਾਵੇਗੀ, ਜਦੋਂ ਇਹ ਇਨਸਾਨ ਸਮਝ ਜਾਵੇਗਾ ਕਿ ਉਸ ਮਾਲਕ ਦੀ ਬੰਦਗੀ ਜਿਹੜੀ ਉਹ ਹੈ ਕੀ, ਤੇ ਫਿਰ ਇਹ ਇਨਸਾਨ ਮਨਮੁਖ ਤੋਂ ਜਿਹੜਾ ਉਹ ਗੁਰਮੁਖ ਜਿਹੜਾ ਉਹ ਬਣ ਸਕਦਾ। ਗੁਰੂ ਘਰ ਨੇ ਕੀ ਫਰਮਾਇਆ? ਕਹਿੰਦੇ ਉਡਦੀ ਉਡਦੀ ਦਹਿ ਦਿਸਾ, ਜਲ ਪਰਬਤ ਬਨ ਰਾਏ, ਜਿੱਥੇ ਡਿਠੋ ਮ੍ਰਿਤਕੋ ਇਲ ਬੈਠੀ ਆਏ। ਕਹਿੰਦੇ ਜਿਸ ਤਰ੍ਹਾਂ ਉਸ ਗਿਰਜ ਦੀ ਗੱਲ ਆਪਾਂ ਕਰ ਲਈਏ, ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਆਪਾਂ ਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ? ਉਹ ਭਾਈ ਮਨੁੱਖਾ ਜਨਮ ਜਿਹੜਾ ਆਪਾਂ ਨੂੰ ਇਸ ਵਾਸਤੇ ਮਿਲਿਆ ਕਿ ਆਪਾਂ ਉਸ ਮਾਲਕ ਦੀ ਬੰਦਗੀ ਜਿਹੜੀ ਉਹ ਕਰ ਸਕੀਏ। ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ? ਕਹਿੰਦੇ ਸਰੀਰ ਰੂਪੀ ਬੇੜੀ ਭੋਗ ਰੂਪੀ ਰੇਤ ਵਿੱਚ ਪਈ ਤੇ ਇਸ ਦਾ ਪਾਰ ਹੋਣਾ ਕਠਨ। ਪਹਿਲੀ ਕੜੀ ਦੇ ਅੰਦਰ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਜਿਸ ਤਰ੍ਹਾਂ ਆਪਾਂ ਦੇਖੋ ਜੀ, ਇਹ ਸਰੀਰ ਜਿਹੜਾ ਇਸ ਨੂੰ ਆਪਾਂ ਬੇੜੀ ਮੰਨ ਲਈਏ ਤੇ ਇਹ ਪਈ ਕਿੱਥੇ? ਕਹਿੰਦੇ ਭੋਗ ਰੂਪੀ ਰੇਤ ਦੇ ਵਿੱਚ। ਹੁਣ ਇਹ ਭੋਗ ਰੂਪੀ ਰੇਤ ਜਿਹੜੀ ਆਪਾਂ ਵਿਚਾਰ ਕਰਕੇ ਦੇਖ ਸਕਦੇ ਹਾਂ ਕਿ ਇਸ ਇਨਸਾਨ ਨੇ ਦੁਨੀਆ ਦੀਆਂ ਚੀਜ਼ਾਂ ਦੇ ਨਾਲ ਮੋਹ ਕੀਤਾ, ਦੁਨੀਆ ਦੀਆਂ ਚੀਜ਼ਾਂ ਦੇ ਨਾਲ ਪਿਆਰ ਕੀਤਾ, ਤੇ ਫਿਰ ਕਹਿੰਦੇ ਇਹ ਇਸ ਇਨਸਾਨ ਦੀ ਸਰੀਰ ਰੂਪੀ ਬੇੜੀ ਜਿਹੜੀ ਉਹ ਪਾਰ ਨਹੀਂ ਹੋ ਸਕੀ। ਦੋ ਚੀਜ਼ਾਂ ਦੇ ਪ੍ਰਤੀ ਮਹਾਤਮਾ ਆਪਾਂ ਨੂੰ ਜ਼ਿਕਰ ਕਰਦੇ ਜੀ। ਜਿਸ ਤਰ੍ਹਾਂ ਆਪਾਂ ਵਿਚਾਰ ਕਰ ਲਈਏ ਕਿ ਉਹਨਾਂ ਲਹਿਰਾਂ ਦੀ ਗੱਲ, ਉਹਨਾਂ ਭੋਗਾਂ ਦੀ ਗੱਲ, ਮਨ ਦੇ ਹਿੱਸਾ ਬਣਾਉਣ ਦੀ ਗੱਲ, ਜਿਹੜੀ ਇੱਕ ਚੀਜ਼ ਜਿਹੜੀ ਉਹ ਆਪਾਂ ਸਰੀਰ ਦੇ ਨਾਲ ਤਨ ਦਾ ਹਿੱਸਾ ਬਣਦੀ ਨਾ, ਜਦੋਂ ਆਪਾਂ ਖੁਰਾਕ ਖਾਂਦੇ ਆ ਤੇ ਆਪਾਂ ਕੀ ਕਰਦੇ ਦੇਖਦੇ ਆ ਜੀ ਕਿ ਉਹ ਖੁਰਾਕ ਜਿਹੜੀ ਆ ਉਹ ਕਹਿੰਦੇ ਜੀ ਸ਼ੁੱਧ ਹੋਣੀ ਚਾਹੀਦੀ। ਕੋਈ ਸ਼ੱਕ ਵਾਲੀ ਗੱਲ ਨਹੀਂ। ਜੇਕਰ ਉਸ ਦੇ ਵਿੱਚ ਕੋਈ ਚੀਜ਼ ਮਿਕਸ ਆ ਜਾਂ ਉਹ ਚੀਜ਼ ਗੰਦੀ ਆ ਨਾ, ਤੇ ਕਦੇ ਆਪਣਾ ਹੌਸਲਾ ਨਹੀਂ ਪੈਂਦਾ ਕਿ ਆਪਾਂ ਉਸ ਚੀਜ਼ ਨੂੰ ਜਿਹੜਾ ਆਪਣੇ ਮੂੰਹ ਵਿੱਚ ਪਾਈਏ। ਕਿਉਂ? ਇਸ ਕਰਕੇ ਆਪਾਂ ਨੂੰ ਪਤਾ ਕਿ ਵੀ ਉਸ ਨੂੰ ਆਪਣੇ ਸਰੀਰ ਦਾ ਹਿੱਸਾ ਬਣਾਉਣ ਦੇ ਲਈ, ਉਸ ਨੂੰ ਆਪਣੇ ਤਨ ਦਾ ਹਿੱਸਾ ਬਣਾਉਣ ਦੇ ਲਈ ਜਦੋਂ ਉਹ ਖੁਰਾਕ ਇਸ ਇਨਸਾਨ ਦੇ ਅੰਦਰ ਜਾਵੇਗੀ ਨਾ, ਤੇ ਫਿਰ ਵਿਕਾਰ ਕਹਿ ਲਓ, ਕਹਿੰਦੇ ਉਹ ਪੈਦਾ ਹੋ ਸਕਦੇ। ਇਹੋ ਜਿਹੀ ਚੀਜ਼ ਜਿਹੜੀ ਉਹ ਇਸ ਇਨਸਾਨ ਦੀ ਬਣ ਸਕਦੀ, ਕਹਿੰਦੀ ਜਿਹੜੇ ਇਸ ਦੇ ਸਰੀਰ ਵਾਸਤੇ ਉਹ ਠੀਕ ਨਹੀਂ। ਇਸੇ ਤਰ੍ਹਾਂ ਭੋਗ ਰੂਪੀ ਰੇਤ ਦੀ ਗੱਲ ਜਿਹੜੀ ਭਗਵਾਨ ਵਾਲਮੀਕ ਜੀ ਨੇ ਦੱਸੀ, ਉਹ ਇਸ ਚੀਜ਼ ਬਾਰੇ ਇਸ਼ਾਰਾ ਕੀਤਾ ਕਿ ਵੀ ਜਿਹੜੀ ਚੀਜ਼ ਇਸ ਇਨਸਾਨ ਦੇ ਮਨ ਦਾ ਹਿੱਸਾ ਬਣੇਗੀ, ਕਹਿੰਦੇ ਜਿਸ ਤਰ੍ਹਾਂ ਇਸ ਤਨ ਦੀ ਖੁਰਾਕ ਜਿਹੜੀ ਉਹ ਬਾਹਰਲਾ ਭੋਜਨ ਆਪਾਂ ਆਖ ਸਕਦੇ, ਇਸੇ ਤਰੀਕੇ ਨਾਲ ਜਿਹੜੀ ਚੀਜ਼ ਬਾਕੀ ਇੰਦਰੀਆਂ ਦੇ ਰਾਹੀਂ ਇਸ ਇਨਸਾਨ ਦੇ ਅੰਦਰ ਦਾਖਲ ਹੋਵੇਗੀ, ਐਂਟਰ ਹੋਵੇਗੀ, ਉਹ ਚੀਜ਼ ਜਿਹੜੀ ਇਸ ਇਨਸਾਨ ਦੇ ਮਨ ਦਾ ਜਿਹੜਾ ਉਹ ਹਿੱਸਾ ਬਣ ਜਾਵੇਗੀ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਭੋਗ ਰੂਪੀ ਰੇਤ ਵਿੱਚ ਪਈ ਤੇ ਇਸ ਦਾ ਪਾਰ ਹੋਣਾ ਜਿਹੜਾ ਉਹ ਕਠਨ। ਦੂਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਜਦੋਂ ਵਿਰਾਗ ਰੂਪੀ ਤੇਜ ਜਲ ਦਾ ਪ੍ਰਵਾਹ ਹੋਵੇ। ਹੁਣ ਸਵਾਲ ਇਸ ਚੀਜ਼ ਦਾ ਕਿ ਆਪਾਂ ਉਸ ਕਿਸ਼ਤੀ ਨੂੰ ਰੇਤ ਦੇ ਵਿੱਚੋਂ ਪਾਣੀ 'ਚ ਲੈ ਕੇ ਜਾਵਾਂਗੇ, ਫਿਰ ਹੀ ਆਪਾਂ ਕਹਿ ਸਕਦੇ ਹਾਂ ਕਿ ਉਸ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਆਪਾਂ ਉਹ ਦਰਿਆ ਜਾਂ ਸਮੁੰਦਰ ਜਿਹੜਾ ਉਸ ਨੂੰ ਪਾਰ ਕਰ ਸਕਦੇ। ਲੇਕਿਨ ਕਹਿੰਦੇ ਜਦੋਂ ਵਿਰਾਗ ਰੂਪੀ ਤੇਜ ਜਲ ਦਾ ਪ੍ਰਵਾਹ ਹੋਵੇ, ਕਹਿੰਦੇ ਜਿੰਨਾ ਚਿਰ ਇਸ ਇਨਸਾਨ ਦੇ ਮਨ ਦੇ ਅੰਦਰ ਵਿਰਾਗ ਪੈਦਾ ਨਹੀਂ ਹੋਵੇਗਾ, ਜਿੰਨਾ ਚਿਰ ਇਸ ਇਨਸਾਨ ਨੂੰ ਸੋਝੀ ਨਹੀਂ ਮਿਲੇਗੀ ਕਿ ਇਹ ਜਿਹੜੀਆਂ ਚੀਜ਼ਾਂ ਇਸ ਇਨਸਾਨ ਦੇ ਮਨ ਦਾ ਹਿੱਸਾ ਬਣ ਚੁੱਕੀਆਂ, ਉਹਨਾਂ ਨੂੰ ਪ੍ਰਾਪਤ ਕਰਨ ਦੇ ਨਾਲ ਇਹ ਇਨਸਾਨ ਉਸ ਮਾਲਕ ਦੇ ਘਰ ਵਿੱਚ ਨਹੀਂ ਪਹੁੰਚ ਸਕਦਾ, ਤੇ ਇਸ ਨੂੰ ਫਿਰ ਮਹਾਤਮਾ ਨੇ ਵਿਰਾਗ ਆਖਿਆ। ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਅਭਿਆਸ ਰੂਪੀ ਪਤਵਾਰ ਦਾ ਜੋਰ ਹੋਵੇ। ਪਤਵਾਰ ਕਹਿੰਦੇ ਜੀ ਬਾਂਸ ਨੂੰ, ਜਿਸ ਤਰ੍ਹਾਂ ਆਪਾਂ ਕਿਸ਼ਤੀ ਦੀ ਗੱਲ ਕਰ ਲਈਏ ਨਾ, ਤੇ ਕੀ ਹੁੰਦਾ, ਤੇ ਉਹ ਜਿਹੜਾ ਬਾਂਸ ਆ ਨਾ ਉਸ ਦੇ ਨਾਲ ਜਿਹੜਾ ਮਲਾਹ ਆ ਉਹ ਜ਼ੋਰ ਲਗਾ ਕੇ ਤੇ ਉਹ ਕਿਸ਼ਤੀ ਜਿਹੜੀ ਆ ਉਸ ਨੂੰ ਉਸ ਪਾਸੇ ਜਿਸ ਪਾਸੇ ਚਾਹੇ ਉਸ ਪਾਸੇ ਲੈ ਜਾਂਦਾ।
ਇਸੇ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਸਰੀਰ ਰੂਪੀ ਕਿਸ਼ਤੀ ਜਿਹੜੀ ਆ ਵਿਰਾਗ ਰੂਪੀ ਤੇਜ਼ ਜਲ ਦਾ ਪ੍ਰਵਾਹ ਅਤੇ ਪਤਵਾਰ ਦਾ ਬਲ ਹੋਵੇ ਤਾਂ ਸੰਸਾਰ ਦੇ ਪਾਰ ਰੂਪੀ ਕਿਨਾਰੇ ਤੇ ਪਹੁੰਚ ਸਕਦੇ। ਕਹਿੰਦੇ ਪਹੁੰਚਣਾ ਆਪਾਂ ਸੰਸਾਰ ਪਾਰ ਰੂਪੀ ਕਿਨਾਰੇ ਤੇ, ਭਾਵ ਭਗਵਾਨ ਵਾਲਮੀਕ ਜੀ ਨੇ ਇਸ ਸੰਸਾਰ ਨੂੰ ਅਪਾਰ ਸਮੁੰਦਰ ਇਸੇ ਕਰਕੇ ਆਖਿਆ ਕਿ ਵੀ ਜਿੰਨਾ ਚਿਰ ਇਹ ਇਨਸਾਨ ਉਸ ਅਪਾਰ ਸਮੁੰਦਰ ਤੋਂ ਪਾਰ ਜਾਣ ਦੀ ਯੁਕਤੀ ਨਹੀਂ ਸਮਝ ਸਕਦਾ, ਇਹ ਇਨਸਾਨ ਉਸ ਦਰਿਆ ਕਹਿ ਲੋ, ਸਮੁੰਦਰ ਕਹਿ ਲੋ, ਉਸ ਤੋਂ ਪਾਰ ਜਿਹੜਾ ਉਹ ਨਹੀਂ ਹੋ ਸਕਦਾ। ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ? ਕਹਿੰਦੇ ਜਿਸ ਪੁਰਸ਼ ਨੇ ਐਸੇ ਬੇੜੇ ਦਾ ਪ੍ਰਬੰਧ ਕਰਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਲਿਆ, ਉਹ ਸੁਖੀ ਹੋ ਗਿਆ। ਮੈਂ ਫਿਰ ਬੇਨਤੀ ਕਰਾਂ, ਭਗਵਾਨ ਵਾਲਮੀਕ ਜੀ ਨੇ ਲਫ਼ਜ਼ ਵਰਤਿਆ ਜਿਸ ਪੁਰਸ਼ ਨੇ। ਇੱਥੇ ਇਹ ਨਹੀਂ ਲਿਖਿਆ ਉਹਨਾਂ ਨੇ ਕਿ ਵੀ ਵਾਲਮੀਕ ਪੁਰਸ਼ ਨੇ, ਜਾਂ ਇੱਥੇ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਵੀ ਆਹ ਪੁਰਸ਼ ਹੋ ਸਕਦਾ, ਨਹੀਂ। ਕੀ ਲਿਖਿਆ ਭਗਵਾਨ ਵਾਲਮੀਕ ਜੀ ਨੇ? ਕਹਿੰਦੇ ਜਿਸ ਪੁਰਸ਼ ਨੇ, ਕਹਿੰਦੇ ਜਿਸਨੇ ਵੀ ਕੀ ਕੀਤਾ, ਐਸੇ ਬੇੜੇ ਦਾ ਪ੍ਰਬੰਧ ਕਰਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਲਿਆ, ਉਹ ਸੁਖੀ ਹੋ ਗਿਆ। ਕਹਿੰਦੇ ਜਿਸਨੇ ਪ੍ਰਬੰਧ ਨਹੀਂ ਕੀਤਾ, ਪਰਮ ਦੁੱਖ ਨੂੰ ਪ੍ਰਾਪਤ ਹੁੰਦਾ, ਉਹ ਉਸ ਬੇੜੇ ਤੋਂ ਉਲਟਾ ਡੁੱਬੇਗਾ। ਸਵਾਲ ਪੈਦਾ ਹੁੰਦਾ ਕਿਉਂ ਡੁੱਬੇਗਾ? ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਉਹ ਭਾਈ ਸਰੀਰ ਰੂਪੀ ਕਿਸ਼ਤੀ ਜਿਹੜੀ ਉਹ ਪਾਰ ਨਹੀਂ ਹੋ ਸਕਦੀ। ਕਦੋਂ ਹੋਵੇਗੀ? ਜਦੋਂ ਅਭਿਆਸ ਰੂਪੀ ਪਤਵਾਰ ਜਿਹੜਾ ਉਸ ਦਾ ਬਲ ਜਿਹੜਾ ਉਹ ਲੱਗੇਗਾ। ਭਗਵਾਨ ਵਾਲਮੀਕ ਜੀ ਨੇ ਇਸ ਚੀਜ਼ ਨੂੰ ਤ੍ਰੇਤਾ ਯੁੱਗ ਦੇ ਵਿੱਚ ਵਰਣਨ ਕੀਤਾ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਕਿ ਭਗਵਾਨ ਵਾਲਮੀਕ ਜੀ ਨੇ ਜਿਹੜੀ ਸਚਾਈ ਤ੍ਰੇਤਾ ਯੁੱਗ ਦੇ ਵਿੱਚ ਸਾਡੇ ਸਾਹਮਣੇ ਲੈ ਕੇ ਆਂਦੀ, ਤੇ ਪੂਰਨ ਮਹਾਤਮਾ ਚਾਹੇ ਉਹ ਕਿਸੇ ਵੀ ਸਮੇਂ ਦੇ ਵਿੱਚ ਆਏ, ਉਹਨਾਂ ਨੇ ਉਸੇ ਚੀਜ਼ ਨੂੰ ਜਿਹੜਾ ਉਸੇ ਸਚਾਈ ਨੂੰ ਸਾਡੇ ਸਾਹਮਣੇ ਜਿਹੜਾ ਉਹ ਲੈ ਕੇ ਆਂਦਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਵਿੱਚ ਜ਼ਿਕਰ ਕੀਤਾ, ਕਿਉਂ ਡੁੱਬੇਗਾ? ਕਹਿੰਦੇ ਇਸ ਕਰਕੇ ਡੁੱਬੇਗਾ ਕਿਉਂ ਜੋ ਸਰੀਰ ਰੂਪੀ ਬੇੜੇ ਵਿੱਚ ਤ੍ਰਿਸ਼ਨਾ ਰੂਪੀ ਛੇਕ ਹਨ। ਕਹਿੰਦੇ ਉਹ ਭਾਈ ਪਾਰ ਨਹੀਂ ਹੋ ਸਕਦੇ। ਸਵਾਲ ਪੈਦਾ ਹੁੰਦਾ ਕਿਉਂ ਨਹੀਂ ਹੋ ਸਕਦੇ? ਕਹਿੰਦੇ ਉਸ ਬੇੜੇ ਦੇ ਵਿੱਚ, ਉਸ ਕਿਸ਼ਤੀ ਦੇ ਵਿੱਚ ਕਹਿੰਦੇ ਹੋ ਲਿਆ ਸਰਾਖ ਆ। ਹੋਵੇਗਾ ਕਿ ਉਹਨਾਂ ਸਰਾਖਾਂ ਦੇ ਰਾਹੀਂ ਪਾਣੀ ਜਿਹੜਾ ਉਸ ਕਿਸ਼ਤੀ ਵਿੱਚ ਐਂਟਰ ਹੋ ਜਾਏਗਾ ਤੇ ਉਹ ਕਿਸ਼ਤੀ ਜਿਹੜੀ ਉਸ ਸਮੁੰਦਰ ਦੇ ਵਿੱਚ ਕਹਿ ਲਓ, ਦਰਿਆ ਦੇ ਵਿੱਚ ਕਹਿ ਲਓ, ਡੁੱਬ ਜਾਵੇਗੀ। ਇਸ ਕਰਕੇ ਦ੍ਰਿੜ ਅਭਿਆਸ ਦੀ ਗੱਲ ਕਰਦੇ ਹੋਏ ਭਗਵਾਨ ਵਾਲਮੀਕ ਜੀ ਨੇ ਐਸੇ ਬੇੜੇ ਦਾ ਪ੍ਰਬੰਧ ਕਰਨ ਵਾਸਤੇ ਆਖਿਆ। ਕਹਿੰਦੇ ਜਿਸਨੇ ਵੀ ਕੀਤਾ ਉਹ ਇਨਸਾਨ ਇਸ ਸੰਸਾਰ ਰੂਪੀ ਸਮੁੰਦਰ ਜਿਹੜਾ ਉਸ ਤੋਂ ਆਪਣੇ ਆਪ ਨੂੰ ਪਾਰ ਜਿਹੜਾ ਉਹ ਕਰ ਸਕਦਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਉਸੇ ਚੀਜ਼ ਨੂੰ ਆਪਣੇ ਸ਼ਬਦਾਂ ਦੇ ਵਿੱਚ ਵਰਣਨ ਕੀਤਾ। ਕੀ ਫਰਮਾਇਆ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ? ਕਹਿੰਦੇ ਕਬੀਰ ਬੇੜਾ ਜਰਜਰਾ। ਭਗਵਾਨ ਵਾਲਮੀਕ ਜੀ ਨੇ ਦੱਸਿਆ ਉਸ ਦੇ ਵਿੱਚ ਤ੍ਰਿਸ਼ਨਾ ਰੂਪੀ ਛੇਕ ਹਨ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਕੀ ਫਰਮਾਇਆ? ਕਹਿੰਦੇ ਕਬੀਰ ਬੇੜਾ ਜਰਜਰਾ, ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਲ ਗਏ, ਡੂਬੇ ਜਿਨ ਸਿਰ ਪਾ। ਜਰਜਰਾ ਤੋਂ ਭਾਵ ਜਿਸ ਤਰ੍ਹਾਂ ਪਾਣੀ ਦੇ ਵਿੱਚ ਜ਼ਿਆਦਾ ਸਮਾਂ ਲੱਕੜੀ ਰਹਿ ਜਾਏ ਨਾ, ਤੇ ਆਪਾਂ ਨੂੰ ਪਤਾ ਕਿ ਉਹ ਫਿਰ ਕਮਜ਼ੋਰ ਹੋ ਜਾਂਦੀ, ਜਰਜਰੀ ਹੋ ਜਾਂਦੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਉਥੋਂ ਗੱਲ ਲੈ ਕੇ ਆਂਦੀ। ਕਹਿੰਦੇ ਉਹ ਭਰਾਵੋ ਸਰੀਰ ਰੂਪੀ ਬੇੜੀ ਜਿਹੜੀ ਪਾਣੀ ਦੇ ਵਿੱਚ ਪਈ ਤੇ ਫਿਰ ਕਹਿੰਦੇ ਉਸ ਲੰਬਾ ਸਮਾਂ ਰਹਿਣ ਦਾ ਕਰਕੇ ਉਹ ਕਹਿੰਦੇ ਜਰਜਰੀ ਹੋ ਗਈ। ਭਾਵ ਇਸ ਇਨਸਾਨ ਦਾ ਸਰੀਰ ਜਿਹੜਾ ਜਵਾਨੀ ਤੋਂ ਜਿਹੜਾ ਉਹ ਬੁਢਾਪੇ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਫੂਟੇ ਛੇਕ ਹਜ਼ਾਰ, ਕਹਿੰਦੇ ਹਜ਼ਾਰਾਂ ਹੀ ਛੇਕ ਜਿਹੜੇ ਉਹ ਉਸ ਬੇੜੀ ਦੇ ਵਿੱਚ ਜਿਹੜੇ ਉਹ ਆ ਚੁੱਕੇ। ਕਿਹੜੇ ਛੇਕ? ਭਗਵਾਨ ਵਾਲਮੀਕ ਜੀ ਨੇ ਤ੍ਰਿਸ਼ਨਾ ਦੀ ਗੱਲ ਕੀਤੀ। ਕਹਿੰਦੇ ਜਦੋਂ ਇਹ ਇਨਸਾਨ ਬੱਚਾ ਸੀ ਇਸ ਦੇ ਅੰਦਰ ਉਹ ਤ੍ਰਿਸ਼ਨਾ ਨਹੀਂ ਸੀ। ਜਿੱਦਾਂ ਜਿੱਦਾਂ ਇਸ ਇਨਸਾਨ ਦੀ ਉਮਰ ਜਿਹੜੀ ਉਹ ਉੱਪਰ ਹੁੰਦੀ ਗਈ, ਕਹਿੰਦੇ ਤ੍ਰਿਸ਼ਨਾ ਦੇ ਸਰਾਖ ਜਿਹੜੇ ਉਸ ਬੇੜੇ ਦੇ ਵਿੱਚ ਜਿਹੜੇ ਉਹ ਵਧੇ ਗਏ। ਕਹਿੰਦੇ ਹਰੂਏ ਹਰੂਏ ਤਿਰ ਗਏ। ਕਹਿੰਦੇ ਹੌਲੇ ਹੌਲੇ ਭਾਵ ਜਿਨ੍ਹਾਂ ਦੇ ਸਿਰ ਤੇ ਜ਼ਿਆਦਾ ਭਾਰ ਨਹੀਂ ਸੀ,
ਉਹ ਕਹਿੰਦੇ ਉਹ ਭਾਈ ਉਸ ਕਿਸ਼ਤੀ ਦੇ ਵਿੱਚ ਜਿਹੜੇ ਸਵਾਰ ਹੋ ਕੇ ਤਰ ਗਏ। ਤੇ ਜਿਹੜੇ ਇਨਸਾਨ ਨੇ ਖਾਸ਼ਾਂ ਦੀ ਕਹਿ ਲਓ, ਤ੍ਰਿਸ਼ਨਾ ਦੀ ਕਹਿ ਲਓ, ਸਿਰ ਦੇ ਉੱਪਰ ਚੱਕੀ ਹੋਈ ਪੰਡ, ਬੇੜੀ ਜਿਹੜੀ ਉਹ ਜਰਜਰੀ, ਸਰਾਖ ਉਸ ਦੇ ਵਿੱਚ ਹੋ ਚੁੱਕੇ, ਫਿਰ ਉਸ ਦਰਿਆ ਦੇ ਵਿੱਚੋਂ ਆਪਣੇ ਆਪ ਨੂੰ ਜਿਹੜਾ ਉਹ ਪਾਰ ਨਹੀਂ ਕਰ ਸਕੇਗਾ। ਬਾਣੀ ਅੰਦਰ ਕੀ ਫਰਮਾਇਆ ਗੁਰੂ ਸਾਹਿਬਾਨ ਨੇ? ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋਰ ਕਹੇ ਸੋਈ ਪਰ ਮਾਨੋ ਹਰ ਹਰ ਕਥਾ ਨਿਰਾਲੀ। ਕਹਿੰਦੇ ਹਰੀ ਦੀ ਕਥਾ ਬਈ ਨਿਰਾਲੀ ਇਸ ਕਰਕੇ ਦੁਨੀਆ ਕਹਿੰਦੀ ਬਾਹਰਲੀ ਚੀਜ਼ ਨੂੰ ਅਪਣਾਉਣ ਦੇ ਨਾਲ ਅਸੀਂ ਉਸ ਮਾਲਕ ਦੇ ਘਰ ਪਹੁੰਚ ਜਾਣਾ, ਲੇਕਿਨ ਮਹਾਤਮਾ ਦੀ ਬਾਣੀ ਕਹਿੰਦੀ ਭਗਵਾਨ ਵਾਲਮੀਕੀ ਦੇ ਆਸ਼ੇ ਅਨੁਸਾਰ ਦ੍ਰਿੜ ਅਭਿਆਸ ਕਰਨ ਤੋਂ ਬਗੈਰ ਸਰੀਰ ਰੂਪੀ ਕਿਸ਼ਤੀ ਜਿਹੜੀ ਉਸ ਮਾਲਕ ਦੇ ਘਰ ਤੱਕ ਜਿਹੜੀ ਉਹ ਨਹੀਂ ਪਹੁੰਚ ਸਕਦੀ। ਗੁਰਮੁਖ ਪਿਆਰਿਓ, ਆਪਾਂ ਆਖ ਸਕਦੇ ਹਾਂ ਕਿ ਇਸ ਇਨਸਾਨ ਦੀ ਮੰਜ਼ਿਲ ਸੱਚ ਹੈ ਅਤੇ ਇਹ ਚਾਹੁੰਦਾ ਵੀ ਸੱਚ ਹੈ, ਅਤੇ ਆਪਾਂ ਜਾਣਦੇ ਹਾਂ ਕਿ ਸੱਚ ਵਿੱਚ ਸਮਾਉਣ ਲਈ ਸਚਿਆਰ ਹੋਣਾ ਪਵੇਗਾ। ਮਾਲਕ ਦੇ ਪਿਆਰਿਆਂ ਦੇ ਦੱਸਣ ਅਨੁਸਾਰ ਕੂੜ ਦੀ ਕੰਧ ਨੂੰ ਖਤਮ ਕਰਨਾ ਪਵੇਗਾ। ਭਗਵਾਨ ਵਾਲਮੀਕ ਜੀ ਦੀ ਬਾਣੀ ਅਨੁਸਾਰ ਇਸ ਇਨਸਾਨ ਦੀ ਸਰੀਰ ਰੂਪੀ ਕਿਸ਼ਤੀ ਭੋਗ ਰੂਪੀ ਰੇਤ ਵਿੱਚ ਪਈ ਹੈ। ਇਹ ਉਸ ਸਮੇਂ ਪਾਰ ਹੋਵੇਗੀ ਜਦੋਂ ਇਸ ਇਨਸਾਨ ਨੂੰ ਸੰਸਾਰ ਦੀ ਅਸਲੀਅਤ ਦਾ ਗਿਆਨ ਹੋ ਜਾਵੇਗਾ। ਗੁਰਮੁਖ ਪਿਆਰਿਓ, ਗੁਰਬਾਣੀ ਦੇ ਅੰਦਰ ਕਹਿਣੀ ਅਤੇ ਕਰਨੀ ਨੂੰ ਮਾਲਕ ਦੇ ਪਿਆਰਿਆਂ ਨੇ ਬਹੁਤ ਮਹਾਨਤਾ ਦਿੱਤੀ। ਜੇਕਰ ਇਸ ਇਨਸਾਨ ਦੀ ਕਹਿਣੀ ਤੇ ਕਰਨੀ ਵਿੱਚ ਨਹੀਂ ਆਈ ਤਾਂ ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਆਪਾਂ ਉਸ ਮਾਲਕ ਨਾਲ ਮਿਲਾਪ ਨਹੀਂ ਕਰ ਸਕਦੇ। ਗੁਰਮੁਖ ਪਿਆਰਿਓ, ਕਿਸੇ ਵੀ ਚੀਜ਼ ਦੀ ਮਹਾਨਤਾ ਉਸ ਦੀ ਸਮਝ ਉੱਪਰ ਖੜੀ ਹੈ। ਜੇਕਰ ਬਾਣੀ ਸਮਝ ਵਿੱਚ ਨਹੀਂ ਆਈ ਤਾਂ ਫਿਰ ਆਪਾਂ ਆਪਣੀ ਜ਼ਿੰਦਗੀ ਨੂੰ ਸਫਲ ਨਹੀਂ ਕਰ ਸਕਦੇ। ਗੁਰਬਾਣੀ ਦੇ ਆਸ਼ੇ ਅਨੁਸਾਰ ਗੁਰਬਾਣੀ ਨੂੰ ਮਨ ਦਾ ਹਿੱਸਾ ਬਣਾਉਣਾ ਪਵੇਗਾ। ਆਪਾਂ ਆਖ ਸਕਦੇ ਹਾਂ ਕਿ ਕਦੇ ਵੀ ਕਿਸੇ ਮਹਾਤਮਾ ਨੇ ਘੋਲ ਕੇ ਕੋਈ ਚੀਜ਼ ਨਹੀਂ ਪਿਲਾਈ। ਜਿਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਬਾਣੀ ਨੂੰ ਆਪਣੇ ਮਨ ਦਾ ਹਿੱਸਾ ਬਣਾ ਸਕੀਏ, ਜਦੋਂ ਇਹ ਇਨਸਾਨ ਮਨ ਉੱਪਰ ਕਾਬੂ ਪਾਉਣਾ ਸਿੱਖ ਜਾਵੇਗਾ ਤਾਂ ਆਪਣੀ ਜ਼ਿੰਦਗੀ ਵਿੱਚ ਸਫਲ ਹੋਇਆ ਆਖਿਆ ਜਾ ਸਕਦਾ। ਭਗਵਾਨ ਵਾਲਮੀਕ ਜੀ ਦੇ ਆਸ਼ੇ ਅਨੁਸਾਰ ਆਪਾਂ ਸੱਚ ਵਿੱਚ ਸਮਾ ਸਕੀਏ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ, ਧੰਨ ਗੁਰੂ।